ਹੈਲੋ एवरीवन ਗਿਲਸ ਮੈਂਟੋਰ ਦੇ ਆਫੀਸ਼ੀਅਲ YouTube ਚੈਨਲ ਤੇ ਤੁਹਾਡਾ ਸਵਾਗਤ ਹੈ। ਪੰਜਾਬ ਪਟਵਾਰੀ ਐਗਜ਼ਾਮੀਨੇਸ਼ਨ ਦੇ ਅਕਾਊਂਟਸ ਦਾ ਲੈਕਚਰ ਅੱਜ ਅਸੀਂ 23ਵਾਂ ਦੇਖਣ ਲੱਗੇ ਹਾਂ। ਅੱਜ ਅਸੀਂ ਮੈਂ ਤੁਹਾਨੂੰ ਜਿਹੜਾ ਪਿਛਲੇ ਲੈਕਚਰ 'ਚ ਫਾਈਨਲ ਅਕਾਊਂਟਸ ਕਰਾਇਆ ਹੈ, ਠੀਕ ਹੈ, ਤੁਹਾਨੂੰ ਪੂਰੀ ਇੰਟਰੋਡਕਸ਼ਨ ਦਿੱਤੀ ਸੀ। ਮੈंने ਤੁਹਾਨੂੰ ਸਾਰਾ ਸਮਝਾਇਆ ਸੀ ਕਿ ਟ੍ਰੇਡਿੰਗ ਅਕਾਊਂਟ ਕੀ ਹੁੰਦਾ ਹੈ, PLN ਅਕਾਊਂਟ ਕੀ ਹੁੰਦਾ ਹੈ, ਠੀਕ ਹੈ, ਬੈਲੈਂਸ ਸ਼ੀਟ ਅਕਾਊਂਟ ਕੀ ਹੁੰਦਾ ਹੈ, ट्रेडिंग अकाउंट समझाता, बैलेंस शीट अकाउंट समझा PLN अकाउंट समझाता, सॉरी, ठीक है, बैलेंस शीट समझाती मैंने। मैं ਤੁਹਾਨੂੰ ਸਾਰਾ ਦੱਸਦਾ ਸੀ ਕਿਹੜੀ ਚੀਜ਼ ਕਿਸ 'ਚ ਪੈਂਦੀ ਹੈ, ਠੀਕ ਹੈ। ਮੈਂ ਇੱਕ ਅੱਜ ਨੂਮੈਰੀਕਲ ਕਰਕੇ ਦਿਖਾਵਾਂਗਾ। ਨੂਮੈਰੀਕਲ ਹੋਏਗਾ ਇੱਕ ਜਿਹਦੇ ਨਾਲ ਤੁਹਾਨੂੰ ਇੱਕ ਸਾਰੀ ਅੰਡਰਸਟੈਂਡਿੰਗ ਆ ਜਾਏਗੀ ਕਿ ਕਿਹੜੀ ਚੀਜ਼ ਕਿਸ 'ਚ ਪੈਂਦੀ ਹੈ, ਕਿਹੜੀ ਚੀਜ਼ PLN ਅਕਾਊਂਟ 'ਚ ਪੈਂਦੀ ਹੈ, ਕਿਹੜੀ ਚੀਜ਼ ਬੈਲੈਂਸ ਸ਼ੀਟ 'ਚ ਪੈਂਦੀ ਹੈ, ਠੀਕ ਹੈ ਫਰੈਂਡਸ। ਤਾਂ ਮੈਂ ਤੁਹਾਨੂੰ ਪਹਿਲੇ ਦੱਸ ਦੇਵਾਂ ਕਿ ਇਸ ਦਾ ਤੁਹਾਡੇ ਐਗਜ਼ਾਮਸ ਨਾਲ ਤੁਹਾਡੇ ਕੋਲ ਕੋਈ ਨੂਮੈਰੀਕਲ ਨਹੀਂ ਪੁੱਛਣਗੇ, ਤੁਹਾਡੇ ਕੋਲੋਂ MCQs ਪੁੱਛਣਗੇ। MCQs ਤੁਹਾਡੇ ਤੋਂ ਲੌਜਿਕ ਉੱਪਰ ਪੁੱਛਣਗੇ ਕਿ ਜੇ ਤੁਹਾਨੂੰ ਪੁੱਛ ਲਿਆ ਜਾਵੇ ਕੋਸਟ ਆਫ ਗੁੱਡ ਸੋਲਡ ਕਿਵੇਂ ਨਿਕਲਦਾ, ਤੁਹਾਨੂੰ ਜੇ ਇਹ ਹੀ ਨਹੀਂ ਪਤਾ ਤੁਸੀਂ ਕਿਵੇਂ ਕੱਢੋਗੇ, ਠੀਕ ਹੈ ਨਾ। ਜੇ ਤੁਹਾਨੂੰ ਇਹ ਪੁੱਛ ਲਿਆ ਜਾਵੇ ਨੈਟ ਸੇਲ ਕਿੱਥੇ ਪੈਂਦੀ ਹੈ, ਠੀਕ ਹੈ ਨਾ, ਉਹ ਕਿੱਥੇ ਪੈਂਦੀ ਹੈ, ਟ੍ਰੇਡਿੰਗ ਅਕਾਊਂਟ 'ਚ ਪੈਂਦੀ ਹੈ, ਠੀਕ ਹੈ। ਮੇਰੇ ਸਿਰਫ ਤੁਹਾਨੂੰ ਲੌਜਿਕ ਪੂਰਾ ਟੌਪਿਕ ਡਿਟੇਲ 'ਚ ਕਰਾਉਣ ਦਾ ਸਿਰਫ ਇਹੀਓ ਮਤਲਬ ਹੈ ਕਿ ਤੁਹਾਨੂੰ ਕੋਈ MCQs ਆ ਜਾਏ ਤਾਂ ਤੁਹਾਨੂੰ ਇੱਕ ਲੌਜਿਕ ਕਲੀਅਰ ਹੈ, ਜਿਸ ਦੇ ਆਧਾਰ 'ਤੇ ਤੁਸੀਂ ਆਪਣਾ ਟੌਪਿਕ MCQs ਨੂੰ ਅਟੈਂਪਟ ਕਰ ਪਾਓਗੇ, ਠੀਕ ਹੈ। ਤਾਂ ਮੇਰਾ ਸਿਰਫ ਇਹੀ ਮੋਟਿਵ ਹੈ। ਤੁਸੀਂ ਇਹ ਨਾ ਸਮਝੋ ਕਿ ਜਿਹੜਾ ਟੌਪਿਕ ਮੈਂ ਅਕਾਊਂਟਸ ਦਾ ਜਿੰਨਾ ਤੁਹਾਨੂੰ ਕਰਾਇਆ ਹੈ, ਠੀਕ ਹੈ, ਕਿ ਮਤਲਬ ਕੋਈ ਡਿਟੇਲਿੰਗ 'ਚ ਤੁਹਾਡੇ ਕੋਲ ਮਤਲਬ ਕਿ ਤੁਹਾਡੇ ਤੋਂ ਡਿਟੇਲਿੰਗ 'ਚ ਪੁੱਛਣਗੇ, ਤੁਹਾਡੇ ਤੋਂ ਕੋਈ ਸਿੱਧਾ ਕੋਈ ਅਕਾਊਂਟਸ ਬਣਾ ਕੇ ਦੇਖਣਗੇ, ਐਸਾ ਕੁਛ ਨਹੀਂ ਹੈ। ਤੁਹਾਡੇ ਤੋਂ MCQs ਪੁੱਛਣਗੇ, MCQs ਇਸ ਦੇ ਉੱਪਰ ਹੋਣਗੇ, ਇਸ ਲੌਜਿਕ ਉੱਪਰ ਹੋਣਗੇ ਸਿੰਪਲ ਹੀ, ਮਗਰ ਇਸ ਲੌਜਿਕ ਉੱਪਰ ਹੋਣਗੇ। ਜੇ ਤੁਹਾਨੂੰ MCQs ਦਾ ਬਾਰੇ ਪਤਾ ਨਹੀਂ, ਤੁਸੀਂ ਕਹੋਗੇ ਯਾਰ ਨੈਟ ਸੇਲ ਕਿੱਥੇ ਪੈਂਦੀ ਹੈ, ਜੇ ਤੁਹਾਨੂੰ ਪਤਾ ਹੀ ਨਹੀਂ, ਕਿੰਨਾ ਆਸਾਨ ਕੁਐਸਚਨ ਸੀ ਵੈਸੇ। ਜੇ ਤੁਹਾਨੂੰ ਮੈਂ ਇਹ ਟੌਪਿਕ ਕਰਾ ਦੇਵਾਂ, ਤੁਹਾਨੂੰ ਪਤਾ ਹੁਣ ਤੇ ਨੈਟ ਸੇਲ ਕਿੱਥੇ ਪੈਂਦੀ ਹੈ, ਜੇ ਤੁਹਾਨੂੰ ਇਹ ਪਤਾ ਲੱਗ ਜਾਏ ਕਿ ਨੈਟ ਸੇਲ ਕਿੱਥੇ ਪੈਂਦੀ ਹੈ, ਤੁਸੀਂ MCQs ਅਟੈਂਪਟ ਕਰ ਪਾਓਗੇ ਨਾ। ਉਹ ਕੁਐਸਚਨ ਲਿਖਣਾ ਸਿੰਪਲ ਕੁਐਸਚਨ ਸੀ, ਠੀਕ ਹੈ। ਬਸ ਮੇਰਾ ਇਹ ਮੋਟਿਵ ਹੈ ਕਿ ਤੁਹਾਨੂੰ ਕੰਸੈਪਟ ਸਮਝ ਆ ਜਾਏ, ਕੰਸੈਪਟ ਸਮਝ ਆਉਣ ਤੋਂ ਬਾਅਦ ਤੁਹਾਨੂੰ MCQ ਸਮਝ ਕਰ ਸਕੂੰ। MCQs ਤਾਂ ਹੀ ਹੋ ਸਕਦੇ ਆ ਜੇ ਤੁਹਾਨੂੰ ਕੰਸੈਪਟ ਦੀ ਸਮਝ ਹੋਏਗੀ, ਠੀਕ ਹੈ ਫਰੈਂਡਸ। ਤਾਂ ਆਪਾਂ ਅੱਜ ਫਾਈਨਲ ਅਕਾਊਂਟਸ ਦਾ ਪਾਰਟ ਦੂਜਾ ਦੇਖਾਂਗੇ। ਪਹਿਲੇ ਜਿਹੜੇ ਬੱਚਿਆਂ ਨੇ ਪਾਰਟ 1 ਨਹੀਂ ਦੇਖਿਆ ਉਹ ਪਹਿਲੇ ਪਾਰਟ 1 ਦੇਖਣ, ਫਿਰ ਪਾਰਟ ਦੂਜੇ 'ਤੇ ਆਉਣ, ਠੀਕ ਹੈ ਫਰੈਂਡਸ। ਤਾਂ ਲੈਕਚਰ ਸਟਾਰਟ ਕਰਨ ਤੋਂ ਪਹਿਲਾਂ ਪੰਜਾਬ ਪਟਵਾਰੀ ਐਗਜ਼ਾਮੀਨੇਸ਼ਨ ਲਈ ਤੁਹਾਨੂੰ ਮੌਕ ਟੈਸਟ ਪ੍ਰੋਵਾਈਡ ਕੀਤੇ ਜਾ ਰਹੇ ਨੇ। www.gilsmentortest.com 'ਤੇ ਜਾ ਕੇ ਤੁਸੀਂ ਮੌਕ ਟੈਸਟ ਖਰੀਦ ਸਕਦੇ ਹੋ, ਠੀਕ ਹੈ ਫਰੈਂਡਸ। ਮੌਕ ਟੈਸਟ ਨਾਲ ਤੁਹਾਡੀ ਤਿਆਰੀ ਬਹੁਤ ਅੱਛੀ ਹੋਏਗੀ। ਜੇ ਤੁਸੀਂ ਮੌਕ ਟੈਸਟ ਨਹੀਂ ਖੇਡੋ ਤੁਹਾਨੂੰ ਨਹੀਂ ਪਤਾ ਲੱਗੇਗਾ ਕਿ ਤੁਸੀਂ ਕਿੱਥੇ ਸਟੈਂਡ ਕਰ ਰਹੇ ਹੋ। ਆਪਣੀ ਤਿਆਰੀ ਨੂੰ ਹਮੇਸ਼ਾ ਪੱਕਾ ਰੱਖੋ। ਐਗਜ਼ਾਮ ਦਾ ਨੋਟੀਫਿਕੇਸ਼ਨ ਜਦ ਮਰਜ਼ੀ ਆਵੇ, ਜੇ ਤੁਹਾਡੀ ਤਿਆਰੀ ਪੱਕੀ ਨਹੀਂ ਤੁਸੀਂ ਕੁਝ ਨਹੀਂ ਕਰ ਸਕਦੇ 2 ਮਹੀਨੇ 'ਚ ਨਹੀਂ ਤੁਹਾਡਾ ਐਗਜ਼ਾਮ ਕਲੀਅਰ ਮਤਲਬ ਹੋ ਸਕਦਾ, ਠੀਕ ਹੈ ਨਾ। ਮਤਲਬ ਕਿ 2 ਮਹੀਨੇ 'ਚ ਜੇ ਤਿਆਰੀ ਅੱਛੀ ਕਰੋਗੇ, 3-4 ਮਹੀਨੇ ਪਹਿਲੇ ਤਿਆਰੀ ਕਰੋਗੇ ਤਾਂ ਹੀ ਤੁਹਾਡੀ ਪੱਕੀ ਹੋਏਗੀ ਜੋਬ, ਠੀਕ ਹੈ ਨਾ। ਤੁਹਾਡਾ ਮੈਰਿਟ 'ਚ ਆਏਗਾ ਨਾਮ, ਠੀਕ ਹੈ ਨਾ। ਜੇ ਅੱਛੀ ਤਿਆਰੀ ਕੀਤੀ ਹੋਏਗੀ ਤਾਂ ਹੀ ਹੁੰਦਾ ਹੈ, ਠੀਕ ਹੈ ਨਾ। ਤੁਸੀਂ ਹਰੇਕ ਦੀ ਸਟ੍ਰੈਟੇਜੀ ਲਾ ਕੇ ਚੱਲੋਗੇ, ਪੇਪਰ ਨੂੰ ਇਸ ਤਰ੍ਹਾਂ ਸਮਝੋਗੇ ਜਿਵੇਂ ਕੋਈ 10ਵੀਂ 12ਵੀਂ ਬੋਰਡ ਦੇ ਐਗਜ਼ਾਮ ਦਿੰਦੇ ਹਾਂ ਆਪਾਂ, ਪੂਰੀ ਸਟ੍ਰੈਟੇਜੀ ਲਾ ਕੇ ਚੱਲਦੇ ਸੀ, ਠੀਕ ਹੈ। ਕੋਈ ਗ੍ਰੈਜੂਏਟ ਦੇ ਆਪਾਂ ਸਮੈਸਟਰ ਦੇ ਐਗਜ਼ਾਮ ਦਿੰਦੇ ਹਾਂ, ਪੂਰਾ ਆਪਾਂ ਸਟ੍ਰੈਟੇਜੀ ਲਾ ਕੇ ਚੱਲਦੇ ਸੀ, ਠੀਕ ਹੈ ਨਾ। ਅਤੇ ਆਪਾਂ ਇਸ ਵਿੱਚ ਪੂਰੀ ਸਟ੍ਰੈਟੇਜੀ ਲਾ ਕੇ ਚੱਲਣੀ ਹੈ ਯਾਰ, ਇਹ ਨੰਬਰ ਦਾ ਆਉਣਾ ਹੈ, ਇਹ ਇੰਨੇ ਨੰਬਰ ਦਾ ਆਉਣਾ ਹੈ। ਜੇ ਮੇਰੀ ਤਿਆਰੀ ਅੱਛੀ ਹੋਏਗੀ ਤਾਂ ਮੈਂ ਇਹਨਾਂ ਨੂੰ ਅਟੈਂਪਟ ਅੱਛਾ ਕਰ ਪਾਵਾਂਗਾ। ਹਰੇਕ ਚੀਜ਼ ਦੀ ਤਿਆਰੀ ਲਾ ਕੇ ਚਲੋ ਕਿ ਮੈਨੇ ਇਸ 'ਚੋਂ ਇੰਨੇ ਨੰਬਰ ਲੈਣੇ ਨੇ, ਇਸ 'ਚੋਂ ਇੰਨੇ ਨੰਬਰ ਲੈਣੇ ਨੇ, ਇਸ ਟੌਪਿਕ 'ਚੋਂ ਇੰਨੇ ਨੰਬਰ ਲੈਣੇ ਨੇ, ਤਾਂ ਕਿ ਮੇਰਾ ਇੰਨਾ ਟੋਟਲ ਬਣ ਜਾਏ ਅਤੇ ਮੈਂ ਐਡਵਾਂਸ ਵਿੱਚ ਚੱਲਾਂ ਤਾਂ ਕਿ ਮੇਰੀ ਲਿਸਟ 'ਚ ਨਾਮ ਅੱਛਾ ਆ ਜਾਵੇ। ਕਿਉਂਕਿ ਬਾਕੀ ਬੱਚੇ ਜੇ ਤਿਆਰੀ ਕਰ ਰਹੇ ਹੋਣੇ, ਠੀਕ ਹੈ ਨਾ, ਜੇ ਤੁਹਾਡੀ ਤਿਆਰੀ ਅੱਛੀ ਹੋਏਗੀ ਤਾਂ ਹੀ ਤੁਸੀਂ ਉਹਨਾਂ ਨਾਲ ਕੰਪੀਟ ਕਰ ਪਾਓਗੇ। ਤੁਹਾਡੀ ਕਿਵੇਂ ਹੋਏਗੀ ਫਿਰ ਤਿਆਰੀ ਅੱਛੀ, ਜੇ ਤੁਸੀਂ ਮੌਕ ਟੈਸਟ ਖਰੀਦੋਗੇ। ਜੇ ਤੁਸੀਂ ਮੌਕ ਟੈਸਟ ਨਹੀਂ ਖਰੀਦੋਗੇ ਤੁਹਾਨੂੰ ਕਿਵੇਂ ਪਤਾ ਲੱਗੇਗਾ ਤੁਸੀਂ ਅੱਗੇ ਕੀ ਕਰ ਰਹੇ ਹੋ, ਠੀਕ ਹੈ ਨਾ। ਤੁਹਾਨੂੰ ਐਨਾਲਾਈਜ਼ ਕਿਵੇਂ ਪਤਾ ਲੱਗੇਗਾ, ਠੀਕ ਹੈ ਨਾ। ਮੌਕ ਟੈਸਟ ਜ਼ਰੂਰ ਖਰੀਦੋ, ਠੀਕ ਹੈ ਨਾ ਫਰੈਂਡਸ। ਜਿਹੜੇ ਬੱਚੇ ਭਾਵੇਂ ਆਫਲਾਈਨ ਪ੍ਰੈਕਟਿਸ ਕਰ ਰਹੇ ਨੇ ਆਫਲਾਈਨ ਵੀ ਪ੍ਰੈਕਟਿਸ ਕਰ ਸਕਦੇ ਨੇ, ਮਰਜ਼ੀ ਤੁਹਾਡੀ ਹੈ, ਠੀਕ ਹੈ ਨਾ। ਮੈਂ ਚਾਹੁੰਦਾ ਕਿ ਤੁਹਾਡੀ ਪ੍ਰੈਕਟਿਸ ਹੋਵੇ ਜਿਵੇਂ ਤੁਹਾਨੂੰ ਠੀਕ ਲੱਗਦਾ, ਠੀਕ ਹੈ ਫਰੈਂਡਸ। ਅੱਜ ਆਪਾਂ ਟ੍ਰਾਇਲ ਬੈਲੈਂਸ ਦੇਖਾਂਗੇ। ਟ੍ਰਾਇਲ ਬੈਲੈਂਸ ਪਹਿਲਾਂ ਆਪਾਂ ਟ੍ਰਾਇਲ ਬੈਲੈਂਸ ਤੋਂ ਕਿਉਂ ਸਟਾਰਟ ਕਰ ਰਹੇ ਹਾਂ, ਕਿਉਂਕਿ ਜਿੱਥੇ ਤੁਹਾਨੂੰ ਮੈਂ ਛੱਡਿਆ ਸੀ ਟ੍ਰਾਇਲ ਬੈਲੈਂਸ ਕਰਾਇਆ ਸੀ। ਟ੍ਰਾਇਲ ਬੈਲੈਂਸ ਤੁਹਾਨੂੰ ਮੈਂ ਕੀ ਕਰਾਇਆ ਸੀ, ਕੀ ਹੁੰਦਾ ਹੈ ਟ੍ਰਾਇਲ ਬੈਲੈਂਸ, ਇੱਕ ਸਮਰੀ ਹੁੰਦੀ ਹੈ ਸਾਰੇ ਬੈਲੈਂਸਿਸ ਦੀ। ਇਹ ਟ੍ਰਾਇਲ ਬੈਲੈਂਸ ਕੀ ਕੱਢਦਾ, ਐਕੂਰੇਸੀ ਦੇਖਦਾ, ਕਿਸ ਦੀ ਦੇਖਦਾ, ਜਨਰਲ ਐਂਟਰੀਜ਼ ਦੀ ਪਲੱਸ ਜਿਹੜਾ ਇਹ ਪੋਸਟ ਕਰ ਰਿਹਾ ਕਿਸ 'ਚ, ਲੈਜਰ 'ਚ,
ठीक है। इन्हां दी वो देखदा एक्यूरेसी देखदा कि जिहड़ी मैंने जनरल च एंट्रियां पाईयां वो मैंने सही तरीके नाल लैजर च पोस्ट कीतीआं, ठीक है। ਉਹਦੀ एक्यूरेसी देखण ਲਈ ਆਪਾਂ ट्रायल बैलेंस बनाने ਆ। ਹੁਣ ਇਹ ट्रायल बैलेंस ਕਿੱਥੇ ਹੈਲਪਫੁਲ ਹੁੰਦਾ, ਸਾਡੇ ट्रेडिंग अकाउंट ਬਣਾਉਣ ਵਿੱਚ, ठीक है। ਤੇ PLN ਅਕਾਊਂਟ ਬਣਾਉਣ ਵਿੱਚ। PLN ਅਕਾਊਂਟ ਕੀ ਹੁੰਦਾ, ਪ੍ਰੋਫਿਟ ਐਂਡ ਲੋਸ ਅਕਾਊਂਟ ਬਣਾਉਣ ਵਿੱਚ, ਤੇ ਇੱਕ ਬੈਲੈਂਸ ਸ਼ੀਟ ਬਣਾਉਣ ਵਿੱਚ। ट्रेडिंग अकाउंट ਤੇ PLN ਅਕਾਊਂਟ ਇਕੱਠਾ ਹੀ ਬਣਦਾ, ਠੀਕ ਹੈ ਨਾ। ਵੈਸੇ 3 ਸਟੇਟਮੈਂਟ ਵੀ ਕਹਿ ਸਕਦੇ ਹੋ ਜਾਂ 2 ਸਟੇਟਮੈਂਟ ਵੀ ਕਹਿ ਸਕਦੇ ਹੋ, ਮਰਜ਼ੀ ਤੁਹਾਡੀ ਹੈ, ਜਿਵੇਂ ਮਰਜ਼ੀ ਕਹਿ ਸਕਦੇ ਹੋ, ਠੀਕ ਹੈ। ਜੇ MCQ 'ਚ ਪੁੱਛ ਲਿਆ ਜਾਵੇ ਕਿ ਕਿੰਨੇ ਤਰ੍ਹਾਂ ਦੇ ਸਟੇਟਮੈਂਟਸ ਹੁੰਦੀ ਹੈ, ਥੱਲੇ ਜੇ ਟ੍ਰੇਡਿੰਗ ਐਂਡ PLN ਅਕਾਊਂਟ ਦਿੱਤਾ ਹੋਇਆ ਤਾਂ ਅਸੀਂ ਉਹਨੂੰ ਆਪਸ਼ਨ ਨੂੰ ਚੂਜ਼ ਕਰ ਸਕਦੇ ਹੋ, ਅਤੇ ਦੂਜਾ ਬੈਲੈਂਸ ਸ਼ੀਟ ਦਾ ਆਪਸ਼ਨ ਦਿੱਤਾ ਹੋਇਆ ਤਾਂ ਬੋਥ A ਐਂਡ B ਹੋ ਜਾਏਗਾ। ਜੇ ਇਕੱਲਾ ਟ੍ਰੇਡਿੰਗ ਐਂਡ PLN ਅਕਾਊਂਟ ਬਾਰੇ ਪੁੱਛਿਆ ਹੋਇਆ ਤਾਂ ਟ੍ਰੇਡਿੰਗ ਐਂਡ PLN ਅਕਾਊਂਟ ਬਾਰੇ ਕਹਿ ਦਊਂਗੀ, ਠੀਕ ਹੈ। ਇਹ ਜਿਹੜਾ ਹੁਣ ਟਰਾਇਲ ਬੈਲੈਂਸ ਹੈ, ਇਹ ਟਰਾਇਲ ਬੈਲੈਂਸ ਸਾਡਾ ਹੈਲਪਫੁਲ ਕਰੇਗਾ ਸਾਨੂੰ, ਟਰਾਇਲ ਬੈਲੈਂਸ ਹੈ ਜਿਹੜਾ ਇਹ ਸਾਨੂੰ ਹੈਲਪਫੁਲ ਕਰੇਗਾ PLN ਅਕਾਊਂਟ ਬਣਾਉਣ ਵਿੱਚ, ਟ੍ਰੇਡਿੰਗ ਐਂਡ PLN ਅਕਾਊਂਟ ਬਣਾਉਣ ਵਿੱਚ, ਅਤੇ ਬੈਲੈਂਸ ਸ਼ੀਟ ਬਣਾਉਣ ਵਿੱਚ, ਠੀਕ ਹੈ। ਇਹ ਦੋਨੋਂ ਬਣਾਉਣ ਵਿੱਚ ਸਾਨੂੰ ਹੈਲਪਫੁਲ ਕਰੇਗਾ, ਠੀਕ ਹੈ ਨਾ। ਹੁਣ ਤੁਹਾਨੂੰ ਇਹ ਤਾਂ ਪਤਾ ਨਾ ਕਿ ਟਰਾਇਲ ਬੈਲੈਂਸ ਕਿਵੇਂ ਬਣਦਾ। ਟਰਾਇਲ ਬੈਲੈਂਸ ਕਿਵੇਂ ਬਣਦਾ, ਜਦੋਂ ਆਪਾਂ ਸਪੋਜ਼ ਕਰੋ ਮੈਂ ਤੁਹਾਨੂੰ ਇੱਕ ਵਾਰੀ ਓਵਰਵਿਊ ਦੇ ਦੇਣਾ। ਜਨਰਲ ਐਂਟਰੀ ਹੈ, ਕੋਈ ਮੈਂ ਜਨਰਲ ਐਂਟਰੀ ਪਾ ਰਿਹਾ, ਠੀਕ ਹੈ। ਜਨਰਲ ਐਂਟਰੀ ਪਾ ਰਿਹਾ, ਹੁਣ ਜਨਰਲ ਐਂਟਰੀ ਤੁਹਾਨੂੰ ਮੈਂ ਦੱਸਾਂ, ਆਹ ਦੇਖੋ, ਜਿਵੇਂ ਕਿ ਸਪੋਜ਼ ਕਰੋ ਮੈਨੇ ਕੈਸ਼ ਵਿੱਚ ਸੇਲ ਕੀਤੀ ਤਾਂ ਕੀ ਕਰਾਂਗਾ, ਕੈਸ਼ ਅਕਾਊਂਟ ਨੂੰ ਡੈਬਿਟ ਕਰਾਂਗਾ, ਕੈਸ਼ ਅਕਾਊਂਟ ਡੈਬਿਟ ਟੂ ਸੇਲ, ਠੀਕ ਹੈ, ਟੂ ਸੇਲ, ਠੀਕ ਹੈ। ਇਹ ਹੋ ਗਈ ਇੱਕ ਜਨਰਲ ਐਂਟਰੀ, ਇਹ ਸਾਰੀ ਜਨਰਲ ਐਂਟਰੀ ਹੈ। ਅਮਾਊਂਟ ਕੁਛ ਵੀ ਲਾ ਲਓ ਤੁਸੀਂ, ਉਰੇ ਆਪਾਂ ਨੇ ਡੈਬਿਟ 'ਚ ਕਿੰਨੀ ਕ੍ਰੈਡਿਟ, ਇਹ ਕ੍ਰੈਡਿਟ ਸਾਈਡ ਸੇਲ ਦੀ ਕ੍ਰੈਡਿਟ ਐਂਟਰੀ ਹੋ ਗਈ, ਅਤੇ ਕੈਸ਼ ਡੈਬਿਟ ਹੋ ਗਿਆ। ਇਹ ਡੈਬਿਟ ਕਿਉਂ ਹੋਇਆ, ਕੁਛ ਆਇਆ ਸਾਡੇ ਕੋਲ ਪਲੱਸ ਅਤੇ ਕੁਛ ਦੇ ਕੇ ਆਇਆ, ਮਾਲ ਦੇ ਕੇ ਆਇਆ ਮਾਈਨਸ। ਜੇ ਆਪਾਂ ਰੂਲਸ ਦੇ ਹਿਸਾਬ ਸੇ ਚੱਲੀਏ, ਡੈਬਿਟ ਆਲ ਐਕਸਪੈਂਸਿਸ ਕ੍ਰੈਡਿਟ ਡੈਬਿਟ ਵਰਡਸ ਕਮਸ ਇਨ, ਕ੍ਰੈਡਿਟ ਵਰਡਸ ਗੋਜ਼ ਆਊਟ, ਠੀਕ ਹੈ। ਰੀਅਲ ਅਕਾਊਂਟ ਦਾ ਲੱਗ ਗਿਆ ਨਾ ਫਾਰਮੂਲਾ, ਜਿਹੜਾ ਹੋ ਗਿਆ ਰੀਅਲ ਅਕਾਊਂਟ ਦਾ ਲੱਗ ਗਿਆ। ਨੋਮੀਨਲ ਅਕਾਊਂਟ ਵਿੱਚ ਐਕਸਪੈਂਸਿਸ ਦੀ ਗੱਲ ਆਉਂਦੀ ਹੈ, ਮਗਰ ਉਰੇ ਆਪਾਂ ਨੂੰ ਕੀ ਆਇਆ, ਕੈਸ਼ ਆਇਆ। ਕੈਸ਼ ਆਉਣ ਦਾ ਕੀ ਮਤਲਬ ਹੋਇਆ, ਰੀਅਲ ਅਕਾਊਂਟ। ਰੀਅਲ ਅਕਾਊਂਟ ਕੀ ਕਹਿੰਦਾ, ਡੈਬਿਟ ਵਰਡਸ ਕਮਸ ਇਨ, ਜੋ ਆਇਆ ਸਾਡੇ ਕੋਲ, ਠੀਕ ਹੈ, ਠੀਕ ਹੈ ਨਾ। ਤਾਂ ਆਪਾਂ ਕੀ ਕਹਾਂਗੇ, ਕੈਸ਼ ਅਕਾਊਂਟ ਡੈਬਿਟ, ਠੀਕ ਹੈ, ਟੂ ਸੇਲ ਅਕਾਊਂਟ। ਸੇਲ ਕੀ ਆਪਣੀ ਇੱਕ ਤਰ੍ਹਾਂ ਦੀ ਰੈਵਨਿਊ ਹੈ, ਕ੍ਰੈਡਿਟ ਆਲ ਇਨਕਮਸ ਐਂਡ ਗੇਨਸ, ਸੇਲ ਨੂੰ ਹਮੇਸ਼ਾ ਕ੍ਰੈਡਿਟ ਕਰੀਦਾ, ਠੀਕ ਹੈ। ਤਾਂ ਇਹ ਇੱਕ ਐਂਟਰੀ ਹੋ ਗਈ, ਠੀਕ ਹੈ। ਮੈਂ ਤੁਹਾਨੂੰ ਟਰਾਇਲ ਬੈਲੈਂਸ ਦਾ ਇੱਕ ਓਵਰਵਿਊ ਦੇ ਰਿਹਾ ਤਾਂ ਕਿ ਤੁਹਾਡਾ ਰਿਵੀਜ਼ਨ ਹੋ ਜਾਵੇ। ਕੈਸ਼, ਹੁਣ ਜਦੋਂ ਆਪਾਂ ਕੈਸ਼ ਦਾ ਅਕਾਊਂਟ ਖੋਲਾਂਗੇ ਲੈਜਰ ਵਿੱਚ, ਜਨਰਲ ਐਂਟਰੀ ਬਣ ਗਈ ਕੈਸ਼ ਅਕਾਊਂਟ ਡੈਬਿਟ ਟੂ ਕੈਪੀਟਲ ਅਕਾਊਂਟ। ਹੁਣ ਆਪਾਂ ਕੈਸ਼ ਦਾ ਲੈਜਰ ਅਕਾਊਂਟ ਖੋਲਾਂਗੇ, ਇਹ ਆਪਾਂ ਲੈਜਰ ਅਕਾਊਂਟ ਖੋਲ ਲਿਆ, ਠੀਕ ਹੈ, ਠੀਕ ਹੈ। ਇਹ ਡੇਟ ਹੈ, ਇਹ ਪਰਟੀਕੂਲਰ ਹੈ, ਇਹ ਅਮਾਊਂਟ ਹੈ, ਇਹ ਡੇਟ ਹੈ, ਇਹ ਪਰਟੀਕੂਲਰ ਹੈ, ਇਹ ਅਮਾਊਂਟ ਹੈ, ਠੀਕ ਹੈ। ਕੈਸ਼ ਕੀ ਹੋ ਰਿਹਾ ਸੀ, ਡੈਬਿਟ, ਇਹ ਡੈਬਿਟ ਸਾਈਡ ਹੈ, ਇਹ ਕ੍ਰੈਡਿਟ ਸਾਈਡ ਹੈ। ਇਸ ਵਿੱਚ ਪੈਸਾ ਆਏਗਾ, ਇਸ ਵਿੱਚ ਪੈਸਾ ਜਾਏਗਾ। ਇਹ ਆਪਾਂ ਕਿਸ ਹਿਸਾਬ ਸੇ ਲਾ ਰਹੇ ਹਾਂ, ਜਿਵੇਂ ਉਹਦਾ ਨੇਚਰ ਹੈ। ਕੈਸ਼ ਦਾ ਨੇਚਰ ਕੀ ਹੈ, ਡੈਬਿਟ, ਮਤਲਬ ਰੀਅਲ ਅਕਾਊਂਟ, ਡੈਬਿਟ ਵਰਡਸ ਕਮਸ ਇਨ, ਠੀਕ ਹੈ। ਇਸ 'ਚ ਡੈਬਿਟ ਹੋਇਆ ਕੈਸ਼। ਜੇ ਕ੍ਰੈਡਿਟ ਹੁੰਦਾ ਆਪਾਂ ਕ੍ਰੈਡਿਟ ਸਾਈਡ 'ਤੇ ਦਿਖਾਉਂਦੇ, ਮੈਂ ਉਰੇ ਡੈਬਿਟ ਹੋਇਆ ਤਾਂ ਡੈਬਿਟ ਦੀ ਅਮਾਊਂਟ ਪਾ ਦਾਂਗੇ ਜਿਹਦੇ ਨਾਲ ਉਹਦਾ ਰਿਲੇਸ਼ਨ ਸੀ, ਕਿਹਦੇ ਨਾਲ ਉਹਦਾ ਰਿਲੇਸ਼ਨ ਸੀ, ਸੇਲ ਨਾਲ, ਟੂ ਸੇਲ ਅਕਾਊਂਟ, ਠੀਕ ਹੈ, ਠੀਕ ਹੈ। ਤਾਂ ਕੁਛ ਕਰੋ 10,000 ਦੀ ਅਮਾਊਂਟ ਬਣੀ, 10,000 ਦੀ ਅਮਾਊਂਟ ਬਣੀ ਤਾਂ ਹੋਰ ਕੋਈ ਐਂਟਰੀ ਨਹੀਂ ਹੋਈ, ਤਾਂ ਇੱਦਾਂ ਮੈਂ ਟੋਟਲ ਕਰ ਦਾਂਗਾ, ਉਰੇ ਵੀ ਸਿੰਪਲ ਕੈਰੀ ਡਾਊਨ ਕਰਕੇ ਉਹਦਾ ਟੋਟਲ ਕਰ ਦਾਂਗਾ 10,000, ਠੀਕ ਹੈ। ਫਿਰ ਜਦੋਂ ਇਹਨੂੰ ਟ੍ਰਾਂਸਫਰ ਕਰਾਂਗਾ ਅਗਲੇ ਮਹੀਨੇ, ਮਤਲਬ ਕਿ ਅਗਲੇ ਟ੍ਰਾਂਸਫਰ ਕਰਾਂਗਾ ਉਰੇ ਡੈਬਿਟ ਬੈਲੈਂਸ ਬਣ ਜਾਏਗਾ ਇਹਦਾ, ਠੀਕ ਹੈ। 1,000 ਰੁਪਏ ਡੈਬਿਟ ਬੈਲੈਂਸ ਬਣ ਗਿਆ, ਠੀਕ ਹੈ। ਇਹ ਹੋ ਗਿਆ ਕੈਸ਼ ਅਕਾਊਂਟ, ਠੀਕ ਹੈ ਨਾ। ਹੁਣ ਸੇਲ ਅਕਾਊਂਟ ਕੀ ਹੋਏਗਾ, ਸੇਲ ਅਕਾਊਂਟ ਹੋਏਗਾ, ਡੈਬਿਟ ਬਣ ਗਿਆ ਨਾ, ਕੈਸ਼ ਡੈਬਿਟ ਬੈਲੈਂਸ ਬਣ ਗਿਆ। ਹੁਣ ਸੇਲ ਕ੍ਰੈਡਿਟ ਹੋ ਰਹੀ ਸੀ, ਆਪਣੇ ਕ੍ਰੈਡਿਟ 'ਚ ਅਮਾਊਂਟ ਪਾ ਦਿੱਤੀ ਜਿਹਦੇ ਨਾਲ ਉਹਦਾ ਰਿਲੇਸ਼ਨ ਸੀ ਬਾਈ ਕੈਸ਼, ਠੀਕ ਹੈ, ਜਿਹਦੇ ਨਾਲ ਉਹਦਾ ਰਿਲੇਸ਼ਨ ਸੀ। ਤਾਂ ਹੋਰ ਕੋਈ ਐਂਟਰੀ ਨਹੀਂ ਪਈ, ਇਹਨੂੰ ਟੋਟਲ ਕਰਤਾ, ਇਹਨੂੰ ਟੋਟਲ ਕਰਤਾ। ਟੋਟਲ ਕਰਨ ਲਈ ਉਰੇ ਵੀ ਸਾਨੂੰ ਅਮਾਊਂਟ ਲਿਖਣੀ ਪੈਣੀ, ਉਰੇ ਕੈਰੀ ਡਾਊਨ 'ਚ ਅਮਾਊਂਟ ਲਿਖ ਦਾਂਗੇ ਆਪਾਂ ਜੋ ਸੇਮ ਅਮਾਊਂਟ ਸੀ, ਠੀਕ ਹੈ। ਅਤੇ ਉਰੇ ਬਰੋ ਡਾਊਨ ਕਰ ਦਾਂਗੇ, ਬਰੋ ਮਤਲਬ ਅੱਗੇ 'ਚ ਟ੍ਰਾਂਸਫਰ ਕਰ ਦਾਂਗੇ। ਜੇ ਸਾਲ ਅੰਤ ਹੋ ਗਿਆ ਤਾਂ ਸਮਝੋ ਸਿਰਫ ਇੱਕੋ ਹੀ ਐਂਟਰੀ ਹੋਈ ਹੈ, ਵੈਸੇ ਇੱਕ ਐਂਟਰੀ ਤਾਂ ਨਹੀਂ ਹੁੰਦੀ। ਜੇ ਬਾਈ ਚਾਂਸ ਮੰਨ ਕੇ ਚਲੋ ਇੱਕ ਐਂਟਰੀ ਹੋਈ ਹੈ ਤਾਂ ਇਹ ਕ੍ਰੈਡਿਟ ਬੈਲੈਂਸ ਹੋ ਜਾਏਗਾ, ਕਿਉਂਕਿ ਇਹ ਕ੍ਰੈਡਿਟ ਸਾਈਡ ਹੈ ਤਾਂ ਇਹ ਕ੍ਰੈਡਿਟ ਬੈਲੈਂਸ ਹੋ ਜਾਏਗਾ, ਕ੍ਰੈਡਿਟ ਬੈਲੈਂਸ ਹੋ ਜਾਏਗਾ। ਇਹ ਕਿਹੜਾ ਹੋ ਜਾਏਗਾ, ਡੈਬਿਟ ਬੈਲੈਂਸ, ਠੀਕ ਹੈ ਫਰੈਂਡਸ। ਇਹ ਕ੍ਰੈਡਿਟ ਬੈਲੈਂਸ ਹੈ, ਕ੍ਰੈਡਿਟ ਬੈਲੈਂਸ ਹੈ ਆਪਣਾ, ਡੈਬਿਟ ਬੈਲੈਂਸ ਨਹੀਂ ਹੋ ਸਕਦਾ ਸੇਲ ਦਾ ਹਮੇਸ਼ਾ ਕ੍ਰੈਡਿਟ ਬੈਲੈਂਸ ਹੋਏਗਾ, ਠੀਕ ਹੈ। ਤਾਂ ਉਰੇ ਜਿਵੇਂ ਕੈਸ਼ ਦਾ ਡੈਬਿਟ ਬੈਲੈਂਸ ਆਇਆ ਸੀ, ਠੀਕ ਹੈ, ਸੇਲ ਦਾ ਕਿਹੜਾ ਆਇਆ ਸੀ, ਕ੍ਰੈਡਿਟ ਬੈਲੈਂਸ। ਇਹ ਬੈਲੈਂਸ ਨੂੰ ਆਪਾਂ ਚੱਕ ਕੇ ਟਰਾਇਲ ਬੈਲੈਂਸ 'ਚ ਪਾਉਂਦੇ ਹਾਂ।
ट्रायल बैलेंस खोलिया ਆਪਾਂ ਨੇ ਆ ਜਿਵੇਂ ਸਪੋਜ਼ ਕਰ ਮੰਨ ਕੇ ਚਲੋ ਇਹ ਟਰਾਇਲ ਬੈਲੈਂਸ ਹੈ, ਇਹ ਡੈਬਿਟ ਸਾਈਡ ਹੈ, ਕ੍ਰੈਡਿਟ ਸਾਈਡ ਹੈ। ਉਹਦਾ ਡੈਬਿਟ ਕ੍ਰੈਡਿਟ ਕਿਉਂ ਲਿਖਿਆ? ਕੈਸ਼ ਡੈਬਿਟ ਬੈਲੈਂਸ ਸੀ, ਠੀਕ ਹੈ, ਕਿਉਂਕਿ ਡੈਬਿਟ ਸਾਈਡ ਸ਼ੋ ਕਰ ਰਿਹਾ ਸੀ ਖਾਤੇ ਵਿੱਚ। ਇਹ ਖਾਤਾ ਹੈ ਜਿਹੜਾ ਖਾਤੇ ਦੇ ਉਰੇ ਸ਼ੋ ਕਰ ਰਿਹਾ ਸੀ, ਜਿੱਥੋਂ ਮੈਂ ਉਰੇ ਟ੍ਰਾਂਸਫਰ ਕਰਕੇ ਉਰੇ ਲਿਆਂਦਾ ਤਾਂ ਮਤਲਬ ਡੈਬਿਟ ਬੈਲੈਂਸ ਹੈ। ਡੈਬਿਟ ਬੈਲੈਂਸ ਸ਼ੋ ਕਰ ਰਿਹਾ ਸੀ ਤਾਂ ਕਰਕੇ ਮੈਂ ਉਰੇ ਡੈਬਿਟ ਸਾਈਡ 'ਤੇ ਪਾ ਦਾਂਗਾ ਕੈਸ਼, ਮੰਨ ਕੇ ਚੱਲੋ ਜਿਵੇਂ ਪਾਤਾ ਕੁਛ ਵੀ ਹੈ ਅਮਾਊਂਟ, ਠੀਕ ਹੈ, ਆਪਾਂ ਨੇ ਪਾਤੀ ਅਮਾਊਂਟ। ਅਤੇ ਸੇਲ ਦਾ ਕ੍ਰੈਡਿਟ ਬੈਲੈਂਸ ਸੀ, ਸੇਲ ਜਿਹੜੀ ਆਪਣੀ ਸੀ ਉਹ ਕ੍ਰੈਡਿਟ ਸਾਈਡ 'ਤੇ ਆਪਾਂ ਨੇ ਐਂਟਰੀ ਪਾਈ ਸੀ, ਠੀਕ ਹੈ, ਕ੍ਰੈਡਿਟ ਹੋਈ ਸੀ ਸੇਲ, ਉਰੇ ਅਮਾਊਂਟ ਪਾ ਕੇ ਬਾਈ ਕੈਸ਼ ਕੀਤਾ ਸੀ, ਠੀਕ ਹੈ। ਅਤੇ ਜਦੋਂ ਇਹ ਟੋਟਲ ਕੀਤਾ ਤਾਂ ਇਹਦਾ ਟ੍ਰਾਂਸਫਰ ਹੋ ਕੇ ਉਰੀ ਆਇਆ ਸੀ ਅਮਾਊਂਟ, ਤਾਂ ਉਰੇ ਕ੍ਰੈਡਿਟ ਬੈਲੈਂਸ ਸੀ, ਤਾਂ ਉਹ ਕ੍ਰੈਡਿਟ ਬੈਲੈਂਸ ਚੱਕ ਕੇ ਆਪਾਂ ਨੇ ਕਿੱਥੇ ਪਾਇਆ? ਆਪਾਂ ਨੇ ਆ ਪਾਇਆ ਨਾ ਸੇਲ ਅਕਾਊਂਟ ਕ੍ਰੈਡਿਟ 'ਚ ਪਾਤਾ ਆਪਾਂ ਨੇ, ਠੀਕ ਹੈ। ਆ ਅਮਾਊਂਟ ਹੋਏਗੀ ਕੋਈ ਆ ਰਹੀ ਆਈ ਥਿੰਕ ਆ ਸੇਲ ਦੀ ਕੋਈ ਵੀ ਅਮਾਊਂਟ ਹੈ, ਮਤਲਬ ਮੰਨ ਕੇ ਚੱਲੋ ਮੈਂ ਤਾਂ ਤੁਹਾਨੂੰ ਸਿਰਫ ਇੱਕ ਓਵਰਵਿਊ ਦੇ ਰਿਹਾ ਕਿ ਬੈਲੈਂਸ ਕਿਵੇਂ ਆ ਰਹੇ ਨੇ, ਠੀਕ ਹੈ। ਕੈਸ਼ ਦਾ ਡੈਬਿਟ ਬੈਲੈਂਸ ਆ ਰਿਹਾ ਸੀ ਤਾਂ ਆਪਾਂ ਨੇ ਡੈਬਿਟ ਸਾਈਡ 'ਤੇ ਪਾਤਾ, ਠੀਕ ਹੈ। ਅਤੇ ਕੈਸ਼ ਦਾ ਕ੍ਰੈਡਿਟ ਬੈਲੈਂਸ ਆ ਰਿਹਾ ਸੀ ਆਪਾਂ ਨੇ ਕ੍ਰੈਡਿਟ ਸਾਈਡ 'ਤੇ ਪਾਤਾ। ਇਵੇਂ ਬਾਕੀ ਸਾਰੇ ਅਕਾਊਂਟ ਹੈ, ਕੋਈ ਵੀ ਜਨਰਲ ਐਂਟਰੀ ਹੋਈ ਹੋਣੀ ਤਾਂ ਬਾਕੀ ਸਾਰੇ ਅਕਾਊਂਟ ਇਵੇਂ ਖੁੱਲ੍ਹੇ ਹੋਣੇ, ਤਾਂ ਇਵੇਂ ਜਿਸਦਾ ਡੈਬਿਟ ਬੈਲੈਂਸ ਬਣ ਰਿਹਾ ਸੀ ਡੈਬਿਟ ਬੈਲੈਂਸ ਪਾਤਾ, ਜਿਸਦਾ ਕ੍ਰੈਡਿਟ ਬੈਲੈਂਸ ਬਣ ਰਿਹਾ ਸੀ ਕ੍ਰੈਡਿਟ ਬੈਲੈਂਸ ਪਾਤਾ, ਠੀਕ ਹੈ। ਉਹ ਤੁਹਾਨੂੰ ਪਰਟੀਕੁਲਰਲੀ ਕੈਂਟਰੀ ਦਾ ਦੱਸ ਦਿੰਦਾ। ਓਪਨਿੰਗ ਸਟਾਕ ਮਤਲਬ ਡੈਬਿਟ ਬੈਲੈਂਸ ਹੋਏਗਾ। ਕਿਹੜਾ ਅਕਾਊਂਟ ਲੱਗ ਰਿਹਾ? ਰੀਅਲ ਅਕਾਊਂਟ ਲੱਗ ਰਿਹਾ। ਰੀਅਲ ਕੀ ਕਹਿੰਦਾ? ਸਾਡੇ ਕੋਲ ਡੈਬਿਟ ਵਰਡਸ ਕਮਸ ਇਨ, ਸਾਡੇ ਕੋਲ ਸਟਾਕ ਹੈ ਪਿਆ ਸਾਡੇ ਕੋਲ, ਠੀਕ ਹੈ। ਟੈਕਸਟਾਈਲ ਪਰਚੇਸਿਸ ਡੈਬਿਟ ਬੈਲੈਂਸ ਰੀਅਲ ਅਕਾਊਂਟ ਲੱਗ ਰਿਹਾ। ਉਰੇ ਵੇਜਿਸ ਹੈ, ਠੀਕ ਹੈ। ਵੇਜਿਸ ਕੀ ਹੁੰਦੀਆਂ? ਐਕਸਪੈਂਸਿਸ ਕੀ ਹੁੰਦੇ ਹੈ? ਹਮੇਸ਼ਾ ਡੈਬਿਟ ਹੁੰਦੇ ਆ, ਕਿਉਂਕਿ ਡੈਬਿਟ ਆਲ ਐਕਸਪੈਂਸਿਸ ਨੋਮੀਨਲ ਅਕਾਊਂਟ। ਤਿੰਨ ਤਰ੍ਹਾਂ ਦੇ ਅਕਾਊਂਟ ਹੈ, ਰੀਅਲ ਅਕਾਊਂਟ, ਨੋਮੀਨਲ ਅਕਾਊਂਟ, ਪਰਸਨਲ ਅਕਾਊਂਟ। ਰੀਅਲ ਅਕਾਊਂਟ ਕੀ ਕਹਿੰਦਾ? ਡੈਬਿਟ ਵਟਸ ਕਮਸ ਇਨ, ਜੋ ਸਾਡੇ ਕੋਲ ਆਇਆ। ਕ੍ਰੈਡਿਟ ਮਤਲਬ ਵਟਸ ਗੋਜ਼ ਆਊਟ, ਜੋ ਸਾਡੇ ਹੱਥੋਂ ਗਿਆ, ਠੀਕ ਹੈ। ਅਤੇ ਪਰਸਨਲ ਅਕਾਊਂਟ ਕੀ ਕਹਿੰਦਾ? ਡੈਬਿਟ ਜਿਹੜਾ ਰਿਸੀਵਰ ਹੈ, ਜੋ ਰਿਸੀਵ ਕਰ ਰਿਹਾ, ਕ੍ਰੈਡਿਟ ਜੋ ਗਿਵ ਕਰ ਰਿਹਾ। ਅਤੇ ਨੋਮੀਨਲ ਅਕਾਊਂਟ ਕੀ ਕਹਿੰਦਾ? ਡੈਬਿਟ ਆਲ ਐਕਸਪੈਂਸਿਸ, ਕ੍ਰੈਡਿਟ ਆਲ ਇਨਕਮਸ। ਤਾਂ ਉਰੇ ਵੇਜਿਸ ਕੀ ਹੈ? ਜੇ ਆਪਾਂ ਨੂੰ ਆਪਾਂ ਇੱਕ ਵਾਰੀ ਜੇ ਅੰਡਰਸਟੈਂਡ ਵੀ ਕਰੀਏ ਤਾਂ ਵੇਜਿਸ ਕੀ ਹੁੰਦੀ ਹੈ? ਖਰਚਾ ਹੁੰਦਾ। ਤਾਂ ਖਰਚੇ ਦੇ ਹਿਸਾਬ 'ਚ ਕਿਹੜਾ ਰੂਲ ਲੱਗ ਗਿਆ? ਨੋਮੀਨਲ ਅਕਾਊਂਟ ਉਹ ਹਮੇਸ਼ਾ ਡੈਬਿਟ ਬੈਲੈਂਸ ਹੋਏਗਾ। ਤਾਂ ਉਰੇ ਵੇਜਿਸ ਹਮੇਸ਼ਾ ਡੈਬਿਟ ਬੈਲੈਂਸ ਆ ਰਿਹਾ, ਠੀਕ ਹੈ। ਓਕਟਰੋਏ ਇਹਨੂੰ ਪਰਚੇਸਿਸ ਕਰਨ ਦਾ ਖਰਚਾ, ਕਰਨ ਦੀ ਕੋਈ ਖਰਚਾ ਹੁੰਦਾ ਓਕਟਰੋਏ, ਤਾਂ ਉਹ ਵੀ ਖਰਚਾ ਹੈ, ਤਾਂ ਉਹ ਵੀ ਡੈਬਿਟ ਬੈਲੈਂਸ ਹੈ। ਸੈਲਰੀ ਕੀ ਹੈ? ਖਰਚਾ, ਡੈਬਿਟ ਬੈਲੈਂਸ ਹੈ। ਰੈਂਟ ਕੀ ਹੈ? ਖਰਚਾ ਹੈ, ਡੈਬਿਟ ਬੈਲੈਂਸ ਹੈ। ਪ੍ਰਿੰਟਿੰਗ ਐਂਡ ਸਟੇਸ਼ਨਰੀ ਕੀ ਹੈ? ਖਰਚਾ, ਡੈਬਿਟ ਬੈਲੈਂਸ ਹੈ। ਐਡਵਰਟਾਈਜ਼ਮੈਂਟ ਕੀ ਹੈ? ਖਰਚਾ, ਡੈਬਿਟ ਬੈਲੈਂਸ ਹੈ। ਕੈਸ਼ ਕੀ ਹੁੰਦਾ? ਕੈਸ਼ ਖਰਚਾ ਨਹੀਂ ਹੈ। ਜੇ ਆਪਾਂ ਲਾ ਕੇ ਚੱਲੀਏ ਇਹ ਐਸੈਟ ਹੈ, ਠੀਕ ਹੈ। ਕਿਹੜਾ ਐਸੈਟ ਹੈ? ਇਹ ਕਿਹੜਾ ਐਸੈਟ ਹੈ? ਕਰੰਟ ਐਸੈਟ ਹੈ। ਤਾਂ ਉਰੇ ਕਿਹੜਾ ਅਕਾਊਂਟ ਲੱਗਿਆ? ਰੀਅਲ ਅਕਾਊਂਟ ਕੀ ਕਹਿੰਦਾ? ਕਰੰਟ ਹੋਵੇ ਭਾਵੇਂ ਫਿਕਸਡ ਹੋਵੇ, ਕੀ ਕਹਿੰਦਾ? ਡੈਬਿਟ ਵਰਡਸ ਕਮਸ ਇਨ, ਜੋ ਸਾਡੇ ਕੋਲ ਹੈ, ਠੀਕ ਹੈ। ਡੈਬਿਟ ਵਰਡਸ ਕਮਸ ਇਨ ਮਤਲਬ ਡੈਬਿਟ ਬੈਲੈਂਸ। ਕੈਸ਼ ਦਾ ਹਮੇਸ਼ਾ ਡੈਬਿਟ ਬੈਲੈਂਸ ਹੋਏਗਾ, ਠੀਕ ਹੈ। ਮਤਲਬ ਕੈਸ਼ ਸਾਡੇ ਕੋਲ ਆਉਂਦਾ ਨਾ, ਆਪਾਂ ਕੋਈ ਚੀਜ਼ ਹੁਣ ਕੈਸ਼ ਅਕਾਊਂਟ ਡੈਬਿਟ ਟੂ ਸੇਲ, ਠੀਕ ਹੈ। ਕੈਸ਼ ਅਕਾਊਂਟ ਡੈਬਿਟ ਟੂ ਸੇਲ ਮੈਂ ਤੁਹਾਨੂੰ ਦੱਸਿਆ ਸੀ ਕੈਸ਼ ਦਾ ਡੈਬਿਟ ਬੈਲੈਂਸ ਹੁੰਦਾ ਹੈ। ਅਸੀਂ ਕੁਝ ਵੇਚ, ਸਾਡੇ ਕੋਲ ਕੁਝ ਆਇਆ, ਇਹ ਆਇਆ ਕੀ ਹੈ? ਇਹ ਐਸੈਟ ਹੈ ਸਾਡਾ, ਠੀਕ ਹੈ। ਕਰੰਟ ਐਸੈਟ ਹੈ, ਠੀਕ ਹੈ। ਐਸੈਟ ਹੈ ਤਾਂ ਕੈਸ਼ ਅਕਾਊਂਟ ਹਮੇਸ਼ਾ ਡੈਬਿਟ ਬੈਲੈਂਸ ਹੋਏਗਾ। ਬਿਲਡਿੰਗ ਫਿਕਸ ਐਸੈਟ ਹੈ। ਐਸੈਟ ਕੀ ਹੁੰਦਾ? ਸਾਡਾ ਡੈਬਿਟ ਬੈਲੈਂਸ ਹੁੰਦਾ ਹਮੇਸ਼ਾ। ਕੋਈ ਬਿਲਡਿੰਗ ਆਪਾਂ ਖਰੀਦਦੇ ਹਾਂ, ਕੁਛ ਆਂਦਾ ਸਾਡੇ ਕੋਲ, ਇਸਦਾ ਮਤਲਬ ਆਫਿਸ ਬਿਲਡਿੰਗ ਕੀ ਹੋਈ? ਕੋਈ ਚੀਜ਼ ਬਿਲਡਿੰਗ ਖਰੀਦੀ ਆਪਾਂ ਨੇ, ਤਾਂ ਰੀਅਲ ਅਕਾਊਂਟ ਕੀ ਕਹਿੰਦਾ? ਡੈਬਿਟ ਵਰਡਸ ਕਮਸ ਇਨ ਹੈ। ਅਤੇ ਇਹ ਸਾਲ ਦੇ ਅੰਤ ਵਿੱਚ ਜਿਹੜਾ ਬੈਲੈਂਸ ਹੈ ਉਸਦੀ ਆਪਾਂ ਗੱਲ ਕਰ ਰਹੇ ਹਾਂ, ਠੀਕ ਹੈ। ਜਦੋਂ ਜਨਰਲ ਟ੍ਰਾਂਜੈਕਸ਼ਨ ਹੋਈ ਹੋਏਗੀ, ਕੋਈ ਬਿਲਡਿੰਗ ਖਰੀਦੀ ਹੋਣੀ ਆਪਾਂ ਨੇ, ਜੇ ਹੁੰਦੀ ਨਹੀਂ ਹੋਏਗੀ, ਬਹੁਤ ਸਾਲ ਪਹਿਲੇ ਖਰੀਦੀ ਹੋਏਗੀ, ਤਾਂ ਉਦੋਂ ਕੀ ਹੁੰਦਾ? ਡੈਬਿਟ ਬੈਲੈਂਸ ਹੁੰਦਾ ਨਾ। ਡੈਬਿਟ ਬੈਲੈਂਸ ਮਤਲਬ ਜਿਵੇਂ ਦੇਖੋ ਆਪਾਂ ਆਫਿਸ ਐਂਡ ਬਿਲਡਿੰਗ ਹੈ, ਤਾਂ ਆਫਿਸ ਐਂਡ ਬਿਲਡਿੰਗ ਕਦੋਂ ਜਦੋਂ ਖਰੀਦੀ ਹੋਏਗੀ ਤਾਂ ਰੀਅਲ ਅਕਾਊਂਟ ਕੀ ਕਹਿੰਦਾ? ਸਾਡੇ ਕੋਲ ਬਿਲਡਿੰਗ ਆਈ, ਯਾਨੀ ਕਿ ਡੈਬਿਟ ਵਰਡਸ ਕਮਸ ਇਨ, ਅਤੇ ਆਪਣੇ ਹੱਥੋਂ ਪੈਸਾ ਗਿਆ, ਵਰਡਸ ਗੋਜ਼ ਆਊਟ, ਠੀਕ ਹੈ। ਇਹ ਨੇਚਰ ਦੇ ਹਿਸਾਬ ਸਿਰ ਹੈ। ਅਤੇ ਮਗਰ ਜਦੋਂ ਆਪਾਂ ਨੇ ਖਾਤਾ ਬੰਦ ਕਰਤਾ, ਜਿਹੜਾ ਉਹਦਾ ਬੈਲੈਂਸ ਬਚ ਗਿਆ ਉਹਨੂੰ ਚੱਕ ਕੇ ਆਪਾਂ ਨੇ ਟਰਾਇਲ ਬੈਲੈਂਸ ਵਿੱਚ ਲਿਆਉਂਦਾ, ਠੀਕ ਹੈ ਫਰੈਂਡਸ। ਤਾਂ ਉਰੇ ਆਪਾਂ ਕੀ ਲਿਆਂਦਾ? ਉਰੇ ਆਫਿਸ ਐਂਡ ਬਿਲਡਿੰਗ ਡੈਬਿਟ ਬੈਲੈਂਸ। ਕੈਪੀਟਲ ਕੀ ਹੁੰਦੀ ਹੈ? ਹਮੇਸ਼ਾ ਓਨਰ ਦੀ ਲਾਇਬਿਲਿਟੀ ਹੁੰਦੀ ਹੈ, ਤਾਂ ਠੀਕ ਹੈ ਉਹ ਕ੍ਰੈਡਿਟ ਬੈਲੈਂਸ ਹੋ ਜਾਏਗਾ, ਠੀਕ ਹੈ। ਡੈਬਿਟ ਆਲ ਐਕਸਪੈਂਸਿਸ ਹੁੰਦੇ ਹੈ, ਠੀਕ ਹੈ। ਕ੍ਰੈਡਿਟ ਆਲ ਇਨਕਮਸ ਹੁੰਦੀਆਂ, ਠੀਕ ਹੈ ਨਾ। ਅਤੇ ਕੈਪੀਟਲ ਅਤੇ ਲਾਇਬਿਲਿਟੀ ਜਿਹੜੀ ਹੈ ਉਹ ਵੀ ਹਮੇਸ਼ਾ ਕ੍ਰੈਡਿਟ ਹੁੰਦੀ ਹੈ, ਠੀਕ ਹੈ। ਸੰਡੀ ਕ੍ਰੈਡੀਟਰ ਸਾਡੇ ਲਾਇਬਿਲਿਟੀ ਹੈ, ਸਾਡੇ ਲਈ ਉਹ ਵੀ ਹਮੇਸ਼ਾ ਕ੍ਰੈਡਿਟ ਹੋਣੀ ਹੈ। ਸੇਲ ਸਾਡੇ ਲਈ ਰੈਵਨਿਊ ਹੈ, ਕੀ ਕਹਿੰਦਾ? ਕ੍ਰੈਡਿਟ ਆਲ ਇਨਕਮਸ, ਉਹ ਸਾਡੀਆਂ ਕੀ ਹੋਣਗੀਆਂ? ਕ੍ਰੈਡਿਟ ਹੋਣਗੀਆਂ। ਪੀ ਐਂਡ ਐਪਰੋਵੇਸ਼ਨ ਪ੍ਰੋਫਿਟ ਹੈ ਜਿਹੜਾ, ਉਹ ਵੀ ਹਮੇਸ਼ਾ ਕ੍ਰੈਡਿਟ ਹੋਏਗਾ, ਕਿਉਂਕਿ ਕੈਪੀਟਲ 'ਚ ਕ੍ਰੈਡਿਟ ਆਲ ਇਨਕਮਸ ਹੋ ਗਈਆਂ। ਸੰਡਰੀ ਡੈਟਰਸ ਕੀ ਹੁੰਦੇ ਆ? ਡੈਬਿਟ ਬੈਲੈਂਸ। ਕਿਉਂ? ਰੀਅਲ ਐਸੈਟ ਹੈ, ਇਹ ਸਾਡੇ ਕੋਲ ਆਉਣਗੇ, ਡੈਬਿਟ ਵਰਡਸ ਕਮਸ ਇਨ, ਆਏ ਆ ਸਾਡੇ ਕੋਲ,
ਅੱਗੇ ਕੀ ਹੈ ਮਸ਼ੀਨਰੀ, ਹਮੇਸ਼ਾ ਫਿਕਸ ਐਸਟ ਹੈ ਤਾਂ ਡੈਬਿਟ ਬੈਲੈਂਸ ਹੋਏਗਾ। ਠੀਕ ਹੈ, ਇਹ ਤੁਹਾਨੂੰ ਮੈਂ ਇੱਕ ਟਰਮ ਦਾ ਤਾਂ ਸਮਝਾ ਰਿਹਾ ਕਿ ਤੁਹਾਨੂੰ ਪਤਾ ਲੱਗ ਜਾਏ ਕਿ ਆਪਾਂ ਨੇ ਇਹਨੂੰ ਡੈਬਿਟ 'ਚ ਕਿਉਂ ਪਾਇਆ ਅਤੇ ਕ੍ਰੈਡਿਟ 'ਚ ਕਿਉਂ ਪਾਇਆ। ਸੇਲ ਹਮੇਸ਼ਾ ਕ੍ਰੈਡਿਟ ਕਿਉਂ ਪਾਈ ਦੀ ਹੈ। ਠੀਕ ਹੈ, ਹਾਲੇ ਸੇਲ ਹੋਈ ਹੈ, ਸੇਲ ਹੋਣ ਦਾ ਮਤਲਬ ਇਹ ਨਹੀਂ ਕਿ ਸਾਡੀ ਪੂਰਾ ਹੀ ਨੈਟ ਪ੍ਰੋਫਿਟ ਨਿਕਲੇਗਾ, ਮਗਰ ਇੱਕ ਤਰ੍ਹਾਂ ਦਾ ਰੈਵਨਿਊ ਨੇਚਰ ਹੈ। ਠੀਕ ਹੈ ਨਾ, ਇੱਕ ਤਰ੍ਹਾਂ ਦਾ ਰੈਵਨਿਊ ਨੇਚਰ ਹੈ। ਹਾਲੇ ਇਸ ਦੇ ਉੱਪਰ ਹਾਲੇ ਆਪਣੀ ਐਡਜਸਟਮੈਂਟਸ ਹੋਣਗੀਆਂ, ਹਾਲੇ ਸਾਡੇ ਐਕਸਪੈਂਸਿਸ ਮਾਈਨਸ ਹੋਣਗੇ, ਫਿਰ ਸਾਨੂੰ ਪਤਾ ਲੱਗੇਗਾ ਕਿ ਐਕਚੁਅਲ 'ਚ ਪ੍ਰੋਫਿਟ ਕਿੰਨਾ ਆਇਆ। ਠੀਕ ਹੈ, ਤੁਹਾਨੂੰ ਮੈਂ ਪਿਛਲੇ ਲੈਕਚਰ ਵਿੱਚ ਗਰੋਸ ਪ੍ਰੋਫਿਟ ਦੀ ਗੱਲ ਕੀਤੀ ਸੀ। ਜਦੋਂ ਆਪਾਂ ਨੈਟ ਸੇਲ 'ਚੋਂ ਕੋਸਟ ਆਫ ਗੁੱਡ ਸੋਲਡ ਮਾਈਨਸ ਕਰਦੇ ਹਾਂ ਤਾਂ ਸਾਡਾ ਗਰੋਸ ਪ੍ਰੋਫਿਟ ਨਿਕਲਦਾ। ਜਦੋਂ ਆਪਾਂ ਗਰੋਸ ਪ੍ਰੋਫਿਟ 'ਚੋਂ ਸਿੱਧੇ ਖਰਚੇ ਦੀ ਜਗ੍ਹਾ ਜਿਹੜੇ ਸਾਡੇ ਸਿੱਧੇ ਖਰਚੇ ਨਹੀਂ ਹੈ, ਠੀਕ ਹੈ, ਸੈਲਰੀ ਹੋ ਗਈ, ਇਲੈਕਟ੍ਰੀਸਿਟੀ ਹੋ ਗਈ, ਆਫਿਸ ਨਿਸ਼ਰੀ ਹੋ ਗਈ, ਉਹ ਮਾਈਨਸ ਕਰਦੇ ਆ, ਨੈਟ ਪ੍ਰੋਫਿਟ ਨਿਕਲਦਾ। ਠੀਕ ਹੈ, ਉਹਦੇ ਸੇਲ ਹਲੇ ਸਾਡਾ ਰੈਵਨਿਊ ਨੇਚਰ ਹੈ, ਤਾਂ ਇਹਨੂੰ ਹਲੇ ਮੰਨ ਕੇ ਚੱਲਾਂਗੇ ਆਪਾਂ ਇਹ ਕ੍ਰੈਡਿਟ ਮਤਲਬ ਕ੍ਰੈਡਿਟ ਵੀ ਹੈ ਅਤੇ ਕੈਸ਼ ਵਾਲੀ ਸੇਲ ਵੀ ਹੈ। ਤਾਂ ਹਮੇਸ਼ਾ ਕ੍ਰੈਡਿਟ ਨੇਚਰ 'ਤੇ ਕਿਉਂ ਆ ਰਹੀ ਹੈ, ਕਿਉਂਕਿ ਇੱਕ ਤਰ੍ਹਾਂ ਦੀ ਕ੍ਰੈਡਿਟ ਇਨਕਮ ਹੈ, ਸਾਡੀ ਰੈਵਨਿਊ ਨੇਚਰ ਹੈ। ਠੀਕ ਹੈ, ਪੀਅਰ ਤਾਂ ਸਾਡਾ ਇਨਕਮ ਹੀ ਆ, ਉਹ ਤਾਂ ਕ੍ਰੈਡਿਟ ਔਨ ਇਨਕਮਸ ਹੋਏਗਾ ਹੀ ਹੋਏਗਾ। ਕੈਪੀਟਲ ਸਾਡੀ ਲਾਇਬਿਲਿਟੀ ਹੈ। ਠੀਕ ਹੈ ਨਾ, ਕੈਪੀਟਲ ਸਾਡੀ ਕੀ ਹੈ, ਲਾਇਬਿਲਿਟੀ ਹੈ, ਪਰਸਨਲ ਅਕਾਊਂਟ ਹੈ। ਠੀਕ ਹੈ ਨਾ, ਕੈਪੀਟਲ ਹਮੇਸ਼ਾ ਪਰਸਨਲ ਅਕਾਊਂਟ ਹੈ, ਤਾਂ ਕੀ ਹੈ, ਲਾਇਬਿਲਿਟੀ ਹੈ। ਕ੍ਰੈਡਿਟ ਮਤਲਬ ਗਿਵਰ, ਮਤਲਬ ਜਿਹੜਾ ਬਿਜ਼ਨਸ ਐਂਟੀਟੀ ਕੰਸੈਪਟ ਲੱਗ ਰਿਹਾ ਹੈ, ਬਿਜ਼ਨਸ ਐਂਟੀਟੀ ਕੰਸੈਪਟ ਕੀ ਕਹਿੰਦਾ ਹੈ ਕਿ ਬਿਜ਼ਨਸ ਦਾ ਜਿਹੜਾ ਓਨਰ ਹੈ ਉਹ ਆਪਣੀ ਕੈਪੀਟਲ ਦਾ ਉਹਦੀ ਕੈਪੀਟਲ ਉਸਦੀ ਲਾਇਬਿਲਿਟੀ ਹੈ, ਮਤਲਬ ਉਹਨੂੰ ਪੇ ਕਰਨਾ ਹੀ ਕਰਨਾ ਉਹਨੇ। ਕਿਉਂਕਿ ਕੈਪੀਟਲ ਵਿੱਚ ਜਿਹੜੀ ਸਾਰੀ ਅਮਾਊਂਟ ਲਾਉਂਦਾ ਉਹ ਸਾਰਾ ਅਮਾਊਂਟ ਉਸਦੀ ਆਪਣੀ ਨਹੀਂ ਲੱਗਦੀ, ਕੁਛ ਲਾਇਬਿਲਿਟੀ ਉਹ ਆਪਣੀ ਮਾਰਕੀਟ ਤੋਂ ਚੱਕ ਕੇ ਵੀ ਲਗਾਉਂਦਾ। ਮਾਰਕੀਟ ਤੋਂ ਚੱਕ ਕੇ ਮਤਲਬ ਕਿ ਜੇ ਕੋਈ ਵੱਡਾ ਬਿਜ਼ਨਸ ਸਟਾਰਟ ਕਰ ਰਹੇ ਹੋ ਤੁਸੀਂ, ਤੁਹਾਨੂੰ ਸਾਡੇ ਕੋਲ ਸਾਰੇ ਪੈਸੇ ਤੁਹਾਡੇ ਕੋਲ ਹੋਣਾ ਇਹ ਜ਼ਰੂਰੀ ਨਹੀਂ ਹੈ, ਕੁਛ ਪੂੰਜੀ ਤੁਹਾਨੂੰ ਬਾਹਰੋਂ ਲੈਣੀ ਵੀ ਪੈਂਦੀ ਹੈ, ਤਾਂ ਹੀ ਤੁਹਾਡਾ ਬਿਜ਼ਨਸ ਸਟਾਰਟ ਹੁੰਦਾ ਹੈ। ਤੁਹਾਡੇ ਅੱਜ ਸਾਡੇ ਵੱਡੇ ਵੱਡੇ ਕਾਰਪੋਰੇਟ ਆ ਜਿਹੜੇ, ਉਹ ਸਾਰੇ ਬਿਜ਼ਨਸ ਜਿਹੜੇ ਚੱਲ ਰਹੇ ਨੇ, ਉਹ ਕੁਛ ਲੋਨ ਵੀ ਤਾਂ ਆਪਾਂ ਨੇ ਲਿੱਤਾ ਹੋਏਗਾ ਨਾ। ਜਿਹੜਾ ਲੋਨ ਲਿੱਤਾ ਉਹ ਐਕਚੁਅਲ ਕੈਪੀਟਲ ਵਿੱਚ ਇਨਕਲੂਡ ਹੈ। ਠੀਕ ਹੈ ਨਾ, ਉਹਨੇ ਉਹਦੀ ਪੇਮੈਂਟ ਕਰਨੀ ਹੀ ਕਰਨੀ ਹੈ। ਠੀਕ ਹੈ, ਤਾਂ ਕੈਪੀਟਲ ਹਮੇਸ਼ਾ ਕ੍ਰੈਡਿਟ ਹੋਏਗੀ, ਕੋਈ ਵੀ ਲਾਇਬਿਲਿਟੀ ਹੈ ਉਹ ਕ੍ਰੈਡਿਟ ਹੋਏਗੀ। ਠੀਕ ਹੈ, ਇਹ ਤੁਹਾਨੂੰ ਪਤਾ ਲੱਗ ਗਿਆ ਨਾ ਕਿ ਇਹ ਡੈਬਿਟ 'ਚ ਕਿਉਂ ਹੈ, ਕ੍ਰੈਡਿਟ 'ਚ ਕਿਉਂ ਹੈ, ਟ੍ਰਾਇਲ ਬੈਲੈਂਸ। ਠੀਕ ਹੈ, ਇਹ ਡੈਬਿਟ 'ਚ ਬੈਲੈਂਸ ਇਸ ਕਰਕੇ ਆ ਰਿਹਾ, ਜਦੋਂ ਇਹਦੇ ਆਪਾਂ ਪਰਟੀਕੂਲਰ ਲੈਜਰ ਅਕਾਊਂਟ ਬਣਾਏ ਸੀ, ਉਹਦਾ ਹਰੇਕ ਦਾ ਬੈਲੈਂਸ ਹੈ। ਠੀਕ ਹੈ, ਹਰੇਕ ਦਾ ਬੈਲੈਂਸ ਕਿਸੇ ਦਾ ਡੈਬਿਟ 'ਚ ਆ ਰਿਹਾ ਹੁੰਦਾ, ਬੈਲੈਂਸ ਕਿਉਂ ਡੈਬਿਟ 'ਚ ਆ ਰਿਹਾ ਹੁੰਦਾ, ਉਹਦੇ ਨੇਚਰ ਵਾਈਜ਼, ਉਹਦੇ ਰੂਲਸ ਵਾਈਜ਼। ਠੀਕ ਹੈ ਨਾ, ਕੋਈ ਪਰਟੀਕੂਲਰ ਅਕਾਊਂਟ ਕੈਸ਼ ਹਮੇਸ਼ਾ ਡੈਬਿਟ ਬੈਲੈਂਸ ਹੋਏਗਾ ਕਿਉਂਕਿ ਰੀਅਲ ਅਕਾਊਂਟ ਹੈ। ਠੀਕ ਹੈ, ਕ੍ਰੈਡਿਟ ਜੇ ਕੋਈ ਸੇਲ ਹੋਈ ਹੋਏਗੀ ਕ੍ਰੈਡਿਟ ਬੈਲੈਂਸ ਹੋਏਗਾ। ਠੀਕ ਹੈ, ਠੀਕ ਹੈ ਨਾ, ਇਹ ਬੈਲੈਂਸਿਸ ਹੈ। ਟ੍ਰਾਇਲ ਬੈਲੈਂਸ ਹੈ, ਟ੍ਰਾਇਲ ਬੈਲੈਂਸ ਆਪਾਂ ਕਿਉਂ ਉਰੇ ਦਿਖਾ ਰਹੇ, ਸ਼ੋਅ ਕਰ ਰਹੇ, ਇੱਥੋਂ ਹੀ ਆਪਾਂ ਟ੍ਰੇਡਿੰਗ ਅਕਾਊਂਟ ਬਣਾਵਾਂਗੇ ਅਤੇ ਪੀਐਲ ਅਕਾਊਂਟ ਬਣਾਵਾਂਗੇ ਅਤੇ ਬੈਲੈਂਸ ਸ਼ੀਟ ਬਣਾਵਾਂਗੇ। ਚਲੋ ਦੇਖੀਏ ਆਪਾਂ ਹੁਣ ਕਿਵੇਂ ਬਣਾਵਾਂਗੇ। ਹੁਣ ਆਪਾਂ ਦੇਖਦੇ ਹਾਂ। ਠੀਕ ਹੈ, ਆਪਾਂ ਪਹਿਲਾਂ ਟ੍ਰੇਡਿੰਗ ਅਕਾਊਂਟ ਦੇਖਦੇ ਹਾਂ। ਠੀਕ ਹੈ, ਸਭ ਤੋਂ ਪਹਿਲੇ ਕੀ ਪਾਵਾਂਗੇ ਆਪਾਂ ਉਰੇ, ਓਪਨਿੰਗ ਸਟਾਕ ਪਾਵਾਂਗੇ। ਕਿਉਂ ਪਾਵਾਂਗੇ, ਤੁਹਾਨੂੰ ਮੈਂ ਦੱਸਿਆ ਸੀ ਟ੍ਰੇਡਿੰਗ ਅਕਾਊਂਟ 'ਚ ਕੀ ਆਉਂਦਾ। ਟ੍ਰੇਡਿੰਗ ਅਕਾਊਂਟ 'ਚ ਇੱਕ ਤਾਂ ਓਪਨਿੰਗ ਸਟਾਕ ਆਉਂਦਾ। ਠੀਕ ਹੈ, ਉਰੇ ਕੀ ਆਉਂਦੀ ਹੈ, ਸੇਲ ਆਉਂਦੀ ਹੈ। ਸੇਲ ਹਮੇਸ਼ਾ ਕ੍ਰੈਡਿਟ ਹੁੰਦੀ ਹੈ, ਡੈਬਿਟ ਸਾਈਡ ਹੈ, ਇਹ ਕ੍ਰੈਡਿਟ ਸਾਈਡ ਹੈ। ਠੀਕ ਹੈ, ਸੇਲ ਆਏਗੀ, ਓਪਨਿੰਗ ਸਟਾਕ ਆਉਣਗੇ, ਪਰਚੇਸਿਸ ਆਉਣਗੇ, ਡਾਇਰੈਕਟ ਐਕਸਪੈਂਸਿਸ ਆਉਣਗੇ। ਠੀਕ ਹੈ ਨਾ, ਕਲੋਜ਼ਿੰਗ ਸਟਾਕ ਉਰੇ ਆਏਗਾ। ਠੀਕ ਹੈ, ਠੀਕ ਹੈ, ਤਾਂ ਇਹ ਸੇਲ ਆਪਾਂ ਓਪਨਿੰਗ ਪਲੱਸ ਪਰਚੇਸਿੰਗ ਪਲੱਸ ਡਾਇਰੈਕਟ ਐਕਸਪੈਂਸਿਸ ਮਾਈਨਸ ਕਲੋਜ਼ਿੰਗ ਸਟਾਕ, ਇਹ ਕੀ ਹੋ ਗਿਆ, ਕੋਸਟ ਆਫ ਗੁੱਡ ਸੋਲਡ। ਜਿਹੜਾ ਕੋਸਟ ਆਫ ਗੁੱਡ ਸੋਲਡ ਆਇਆ ਤਾਂ ਨੈਟ ਸੇਲ 'ਚੋਂ ਕੋਸਟ ਆਫ ਗੁੱਡ ਸੋਲਡ ਮਾਈਨਸ ਕਰਕੇ ਜੋ ਅਮਾਊਂਟ ਆਏਗੀ ਉਹ ਸਾਡਾ ਕੀ ਹੁੰਦਾ, ਗਰੋਸ ਪ੍ਰੋਫਿਟ। ਠੀਕ ਹੈ ਨਾ, ਤਾਂ ਉਰੇ ਆਪਾਂ ਹਰੇਕ ਇੱਕ ਐਂਟਰੀ ਚੱਕਾਂਗੇ ਉੱਪਰੋਂ, ਜਿਵੇਂ ਆਪਾਂ ਨੇ ਆ ਦੇਖੋ ਆਪਾਂ ਨੇ ਚੱਕ ਲਿਆ ਓਪਨਿੰਗ ਸਟਾਕ, ਇਹ ਕਿਸ 'ਚ ਪਏਗਾ, ਟ੍ਰੇਡਿੰਗ ਅਕਾਊਂਟ ਵਿੱਚ। ਟ੍ਰੇਡਿੰਗ ਅਕਾਊਂਟ 'ਚ ਕੋ ਪਏਗਾ, ਇਹ ਸਾਡਾ ਹਾਲੇ ਮਾਲ ਦੀ ਵੈਲਿਊ ਕੱਢਣ ਦਾ ਇੱਕ ਟ੍ਰੇਡਿੰਗ ਅਕਾਊਂਟ 'ਚ ਹੀ ਆਪਾਂ ਕੱਢਾਂਗੇ, ਉਹਨੂੰ ਪੀਐਲ ਅਕਾਊਂਟ 'ਚ ਨਹੀਂ ਕੱਢਾਂਗੇ, ਕਿਉਂਕਿ ਪੀਐਲ ਅਕਾਊਂਟ 'ਚ ਇੰਡਾਇਰੈਕਟ ਐਕਸਪੈਂਸਿਸ ਅਤੇ ਇੰਡਾਇਰੈਕਟ ਇਨਕਮਸ ਆਉਂਦੀਆਂ, ਅਤੇ ਉਰੇ ਸਿੱਧੇ ਡਾਇਰੈਕਟ ਜਿਹੜੇ ਐਕਸਪੈਂਸਿਸ ਲੱਗ ਰਹੇ, ਜੋ ਸਾਨੇ ਮਾਲ ਖਰੀਦਿਆ ਉਹਦੀ ਵੈਲਿਊ ਆਉਂਦੀ ਹੈ। ਠੀਕ ਹੈ, ਹੁਣ ਉਰੇ ਆਪਾਂ ਜੇ ਗੱਲ ਕਰੀਏ ਓਪਨਿੰਗ ਸਟਾਕ ਕਿਸ 'ਚ ਆਏਗਾ, ਟ੍ਰੇਡਿੰਗ ਅਕਾਊਂਟ ਵਿੱਚ ਆਏਗਾ। ਟੈਕਸਟਾਈਲ ਪਰਚੇਸਿਸ ਟ੍ਰੇਡਿੰਗ ਅਕਾਊਂਟ 'ਚ ਆਏਗਾ। ਆ ਦੇਖੋ ਟੈਕਸਟਾਈਲ ਪਰਚੇਸਿਸ ਕਿਸ 'ਚ ਆਏਗਾ, ਟ੍ਰੇਡਿੰਗ ਅਕਾਊਂਟ 'ਚ ਆਏਗਾ। ਠੀਕ ਹੈ, ਹੁਣ ਉਰੇ ਵੇਜਿਸ ਹੈ, ਵੇਜਿਸ ਦੋ ਤਰ੍ਹਾਂ ਨਾਲ ਹੋ ਸਕਦੀਆਂ, ਜਾਂ ਤਾਂ ਆਫਿਸ ਦੀਆਂ ਹੋ ਸਕਦੀਆਂ, ਆਫਿਸ ਦੀ ਤਾਂ ਕੋਈ ਹੁੰਦੀ ਹੀ ਨਹੀਂ ਵੇਜਿਸ ਜ਼ਿਆਦਾਤਰ ਜਦੋਂ ਆਪਾਂ ਮੈਨੂਫੈਕਚਰਿੰਗ ਤੋਂ ਜਿਵੇਂ ਕੋਈ ਆਪਾਂ ਕੱਚਾ ਮਾਲ ਖਰੀਦਦੇ ਹਾਂ, ਉਹਨੂੰ ਬਣਾਉਣ ਤੱਕ ਦਾ, ਜਿਹੜਾ ਫਿਨਿਸ਼ ਗੁੱਡਸ ਕਰਨ ਤੱਕ ਦਾ, ਸੇਲੇਬਲ ਬਣਾਉਣ ਤੱਕ ਦਾ, ਜਦੋਂ ਤੱਕ ਉਹਦੀ ਉਹ ਸੇਲ ਦੇ ਹਿਸਾਬ ਸਿਰ ਤਿਆਰ ਨਹੀਂ ਹੋ ਜਾਂਦਾ, ਉਹਦਾ ਮਜ਼ਦੂਰੀ ਦਿੰਦੇ ਹਾਂ ਆਪਾਂ, ਜਿਹੜੇ ਬਣਾ ਰਹੇ ਹੁੰਦੇ ਆ, ਉਹ ਵੇਜਿਸ ਹੋ ਗਈਆਂ। ਓਕਟਰੋਏ ਇਹਨੂੰ ਪਰਚੇਸਿਸ ਕਰਨ ਦਾ ਖਰਚਾ, ਕੋਈ ਐਕਸਪੈਂਸਿਸ ਹੁੰਦਾ। ਠੀਕ ਹੈ, ਇਹ ਦੋਨੋਂ ਕਿੱਥੇ ਆਉਣਗੇ, ਵੇਜਿਸ ਤੇ ਓਕਟਰੋਏ। ਸੌਰੀ, ਵੇਜਿਸ ਤੇ ਓਕਟਰੋਏ ਕਿੱਥੇ ਆਉਣਗੇ, ਇੱਥੇ ਹੀ ਆਉਣਗੇ, ਕਿਉਂਕਿ ਇਹ ਡਾਇਰੈਕਟ ਐਕਸਪੈਂਸਿਸ ਹੈ,
ਇਹਦੇ ਉੱਪਰ ਲੱਗ ਰਿਹਾ ਸਿੱਧਾ ਖਰਚਾ, ਠੀਕ ਹੈ। ਤੁਹਾਡੇ ਨੇਚਰ ਵਾਈਜ਼ ਦੇਖੋਗੇ, ਚੁੰਗੀ ਹੈ ਇੱਕ ਟਰੋਏ ਨੂੰ ਇੱਕ ਤਰ੍ਹਾਂ ਨਾਲ ਚੁੰਗੀ ਵੀ ਕਹਿੰਦੇ ਹੈ, ਠੀਕ ਹੈ। ਵੇਜਿਸ ਹੈ, ਵੇਜਿਸ ਕਿਹੜੇ, ਮਜ਼ਦੂਰੀ ਜਿਹੜੇ ਇਹਨਾਂ ਨੂੰ ਬਣਾਉਣ ਦਾ ਖਰਚਾ, ਜਿਹੜਾ ਟੈਕਸਟਾਈਲ, ਉਹ ਟੈਕਸਟਾਈਲ ਦਾ ਆਪਾਂ ਮੰਨ ਕੇ ਚੱਲ ਰਹੇ ਹਾਂ, ਕੋਈ ਟੈਕਸਟਾਈਲ ਦਾ ਕੰਮ ਹੈ, ਉਸ ਨੂੰ ਤਿਆਰ, ਟੈਕਸਟਾਈਲ ਦਾ ਕੋਈ ਕੰਮ ਹੈ ਜਿਸ ਉੱਪਰ ਆਪਾਂ ਮਜ਼ਦੂਰੀ ਦੇ ਰਹੇ ਹਾਂ, ਠੀਕ ਹੈ। ਟੈਕਸਟਾਈਲ ਦਾ ਕੰਮ ਚੱਲ ਰਿਹਾ ਅਤੇ ਉਸ ਦੇ ਉੱਪਰ ਆਪਾਂ ਮਜ਼ਦੂਰੀ ਦੇ ਰਹੇ ਹਾਂ, ਠੀਕ ਹੈ। ਉਹਦੇ ਉੱਪਰ ਓਕਟਰੋਏ ਵੀ ਲੱਗ ਰਿਹਾ, ਠੀਕ ਹੈ। ਇਹ ਡਾਇਰੈਕਟ ਐਕਸਪੈਂਸਿਸ ਹੈ, ਠੀਕ ਹੈ। ਤੁਹਾਨੂੰ ਉਹਦੇ ਦੇਖਣ ਤੋਂ ਤੁਹਾਨੂੰ ਪਤਾ ਲੱਗ ਜਾਏਗਾ ਕਿ ਇਹ ਸਿੱਧੇ ਖਰਚੇ ਹੈ, ਠੀਕ ਹੈ। ਆਪਾਂ ਨੇ ਪਾ ਤੇ, ਠੀਕ ਹੈ। ਅਤੇ ਸੈਲਰੀਜ਼ ਕਿਹ 'ਚ ਪੈਣੀ ਆ, ਸੈਲਰੀ ਦੇਖੋ ਤੁਸੀਂ, ਸੈਲਰੀ ਕੀ ਹੈ, ਇਹ ਆਫਿਸ ਦਾ ਖਰਚਾ, ਇਹ ਕੋਈ ਮੈਨੂਫੈਕਚਰਿੰਗ 'ਚ ਖਰਚਾ ਤਾਂ ਨਹੀਂ ਹੈ ਨਾ। ਸੈਲਰੀ ਹਮੇਸ਼ਾ ਇਨਡਾਇਰੈਕਟ ਐਕਸਪੈਂਸਿਸ ਹੁੰਦੇ ਆ, ਉਹ ਆਪਾਂ ਆਫਿਸ ਲਈ ਰੱਖੇ ਹੁੰਦੇ ਆ। ਉਹ ਕਿਸ 'ਚ ਜਾਣਗੇ, ਇਹ ਕਿਸ 'ਚ ਜਾਣਗੇ, ਪੀ ਐਲ ਅਕਾਊਂਟ 'ਚ ਜਾਣਗੇ, ਪੀ ਐਲ ਅਕਾਊਂਟ 'ਚ ਜਾਣਗੇ। ਆਹ ਦੇਖੋ ਸੈਲਰੀਜ਼ ਜਾਣਗੇ ਪੀ ਐਲ ਅਕਾਊਂਟ ਵਿੱਚ, ਠੀਕ ਹੈ। ਡੈਬਿਟ ਬੈਲੈਂਸ ਹੈ ਤਾਂ ਪੀ ਐਲ ਅਕਾਊਂਟ 'ਚ ਜਾਣਗੇ, ਠੀਕ ਹੈ। ਰੈਂਟ ਕੀ ਹੈ, ਖਰਚਾ, ਇਹ ਇਨਡਾਇਰੈਕਟ ਐਕਸਪੈਂਸਿਸ ਹੈ, ਠੀਕ ਹੈ। ਉੱਪਰ ਮਾਲ ਨੂੰ ਖਰੀਦਣ ਤੱਕ ਦਾ ਕੋਈ ਖਰਚਾ ਨਹੀਂ ਹੈ, ਐਸਾ ਕੋਈ ਰੈਂਟ, ਜੇ ਨਹੀਂ ਤਾਂ ਲਿਖਿਆ ਹੁੰਦਾ ਹੋਵੇ ਰੈਂਟ ਔਨ ਮੈਨੂਫੈਕਚਰਿੰਗ ਕੰਸਰਨ ਲਿਖਿਆ ਹੁੰਦਾ, ਜੇ ਨਹੀਂ ਲਿਖਿਆ ਤਾਂ ਇਨਡਾਇਰੈਕਟ ਐਕਸਪੈਂਸਿਸ ਹੈ ਜ਼ਿਆਦਾਤਰ, ਠੀਕ ਹੈ। ਸੈਲਰੀ ਜੇ ਨਹੀਂ ਲਿਖਿਆ ਤਾਂ ਇਨਡਾਇਰੈਕਟ ਐਕਸਪੈਂਸਿਸ ਹੈ, ਠੀਕ ਹੈ। ਤਾਂ ਪ੍ਰਿੰਟਿੰਗ ਸਟੇਸ਼ਨਰੀ, ਸੌਰੀ ਥੋੜਾ ਗਲਾ ਖਰਾਬ ਹੈ। ਪ੍ਰਿੰਟਿੰਗ ਐਂਡ ਸਟੇਸ਼ਨਰੀ, ਪ੍ਰਿੰਟਿੰਗ ਐਂਡ ਸਟੇਸ਼ਨਰੀ ਦਾ ਕੀ ਮਤਲਬ ਹੋਇਆ, ਕੋਈ ਆਫਿਸ ਦਾ ਖਰਚਾ ਨਾ, ਕੋਈ ਮਾਲ ਨੂੰ ਬਣਾਉਣ ਵਾਲਾ ਕੋਈ ਖਰਚਾ ਤਾਂ ਨਹੀਂ ਹੈ ਐਸਾ। ਤੁਹਾਨੂੰ ਦੇਖ ਕੇ ਪਤਾ ਲੱਗ ਰਿਹਾ ਇਹ ਕਿੱਥੇ ਆਏਗਾ, ਰੈਂਟ ਕਿੱਥੇ ਆਇਆ, ਪੀ ਐਲ ਅਕਾਊਂਟ ਵਿੱਚ। ਆਹ ਪਾਤਾ ਆਪਣੇ ਰੈਂਟ, ਸੈਲਰੀ ਪਾਤੀ ਸੀ, ਰੈਂਟ ਪਾਤਾ ਸੀ। ਪ੍ਰਿੰਟਿੰਗ ਦਾ ਸਟੇਸ਼ਨਰੀ ਕਿਹੜਾ ਖਰਚਾ ਹੈ ਦੱਸੋ, ਇਹ ਆਫਿਸ ਦਾ ਖਰਚਾ ਹੈ, ਇਨਡਾਇਰੈਕਟ ਐਕਸਪੈਂਸਿਸ ਹੈ, ਉਹ ਵੀ ਇਸ 'ਚ ਪੈ ਜਾਏਗਾ। ਆਹ ਦੇਖੋ ਆਪਾਂ ਨੇ ਉਰੇ ਪਾਤਾ, ਠੀਕ ਹੈ। ਐਡਵਰਟਾਈਜ਼ਮੈਂਟ ਸਿੱਧਾ ਖਰਚਾ ਨਹੀਂ ਹੈ, ਮਾਲ ਦਾ ਇਨਡਾਇਰੈਕਟ ਐਕਸਪੈਂਸਿਸ ਹੈ। ਬਾਅਦ 'ਚ ਆਪਾਂ ਕੋਈ ਖਰਚਾ ਕਰ ਰਹੇ ਹਾਂ, ਸਿੱਧਾ ਤਾਂ ਮਾਲ ਨੂੰ ਲਿਆਉਣ ਦਾ ਖਰਚਾ, ਉਹਨੂੰ ਬਣਾਉਣ ਦਾ ਖਰਚਾ ਤਾਂ ਐਡਵਰਟਾਈਜ਼ਮੈਂਟ ਨਹੀਂ ਹੋ ਸਕਦਾ ਨਾ। ਕੋਈ ਐਡਵਰਟਾਈਜ਼ਮੈਂਟ ਕਰੋ ਬਾਅਦ 'ਚ ਹੀ ਹੁੰਦੀ ਹੈ। ਸੇਲੇਬਲ, ਜਦੋਂ ਸੇਲੇਬਲ ਪ੍ਰੋਡਕਟ ਤਿਆਰ ਹੋ ਜਾਂਦਾ ਉਸ ਤੋਂ ਬਾਅਦ ਦੀ ਗੱਲ ਹੈ, ਠੀਕ ਹੈ। ਉਸ ਤੋਂ ਬਾਅਦ ਦੀ ਕੋਈ ਆਫਿਸ ਐਂਡ ਸਟੇਸ਼ਨਰੀ ਹੈ, ਪ੍ਰਿੰਟਿੰਗ ਐਂਡ ਸਟੇਸ਼ਨਰੀ ਆ, ਠੀਕ ਹੈ ਨਾ। ਉਸ ਤੋਂ ਬਾਅਦ ਦਾ ਕੋਈ ਰੈਂਟ ਹੈ ਜਦੋਂ ਆਪਾਂ ਕਿਸੇ ਆਫਿਸ ਦਾ ਕੋਈ ਰੈਂਟ ਪੇ ਕਰ ਰਹੇ ਹਾਂ, ਠੀਕ ਹੈ। ਉਹ ਆਪਾਂ ਨੇ ਉੱਧਰ ਪਾਤਾ, ਠੀਕ ਹੈ ਨਾ। ਐਡਵਰਟਾਈਜ਼ਮੈਂਟ ਪਾਤੀ ਨਾ ਆਪਾਂ ਨੇ। ਆ ਦੇਖੋ ਪੀ ਐਲ ਅਕਾਊਂਟ 'ਚ ਪਾਤੀ, ਇਹ ਪੀ ਐਲ ਅਕਾਊਂਟ ਹੈ। ਉੱਪਰ ਕੀ ਸੀ, ਟਰੇਡਿੰਗ ਅਕਾਊਂਟ, ਇਹ ਟਰੇਡਿੰਗ ਦਾ ਟੋਟਲ ਹੈ। ਥੱਲੇ ਕੀ ਹੈ, ਇਕੱਠਾ ਬਣਾ ਰਿਹਾ ਨਾ ਆਪਾਂ ਟਰੇਡਿੰਗ ਐਂਡ ਪੀ ਐਲ। ਉੱਪਰ ਟਰੇਡਿੰਗ ਅਕਾਊਂਟ ਹੈ, ਸਾਰਾ ਮੈਨੂਫੈਕਚਰਿੰਗ ਨਾਲ ਕੰਸਰਨ, ਮਾਲ ਨੂੰ ਲਿਆਉਣ ਦਾ, ਉਹਨੂੰ ਬਣਾਉਣ ਦਾ ਖਰਚਾ, ਸਿੱਧੇ ਖਰਚੇ ਪੈਣਗੇ। ਥੱਲੇ ਜਿਹੜੇ ਇਨਡਾਇਰੈਕਟ ਐਕਸਪੈਂਸਿਸ ਪਾਉਣਗੇ ਅਤੇ ਉਹਦੇ ਇਨਕਮ ਪੈਣੀ ਹੈ, ਠੀਕ ਹੈ। ਤਾਂ ਉਹਦੇ ਸਾਰੀਆਂ ਇਨਕਮ ਪੈਣਗੀਆਂ। ਇਹ ਕੀ ਹੈ, ਪੀ ਐਲ ਅਕਾਊਂਟ, ਇਹ ਕੀ ਹੈ, ਪੀ ਐਨ ਪ੍ਰੋਫਿਟ ਐਂਡ ਲੋਸ ਅਕਾਊਂਟ। ਆਪਾਂ ਨੇ ਐਡਵਰਟਾਈਜ਼ਮੈਂਟ ਪਾਤੀ, ਠੀਕ ਹੈ। ਉਹ ਤੁਹਾਨੂੰ ਮੈਂ ਪਿਛਲੇ ਲੈਕਚਰ 'ਤੇ ਦੱਸਿਆ ਸੀ ਕਿ ਜਿਹੜੇ ਉਰੇ ਡੈਬਿਟ ਬੈਲੈਂਸ ਹੈ ਨਾ, ਜਿਹੜੇ ਡੈਬਿਟ ਬੈਲੈਂਸ ਹੈ, ਡੈਬਿਟ ਵਿੱਚ ਤੁਸੀਂ ਦੇਖੋਗੇ ਜਿਵੇਂ ਸੈਲਰੀ ਹੈ, ਖਰਚਾ ਪਾ ਦੋਗੇ, ਰੈਂਟ ਖਰਚਾ ਪਾ ਦੋਗੇ ਪੀ ਐਲ ਅਕਾਊਂਟ ਵਿੱਚ ਡੈਬਿਟ ਸਾਈਡ 'ਤੇ। ਕਿਉਂਕਿ ਡੈਬਿਟ ਸਾਈਡ 'ਤੇ ਕਿਉਂ ਪਾ ਰਹੇ ਆਪਾਂ, ਸਾਰੇ ਖਰਚੇ ਡੈਬਿਟ ਸਾਈਡ 'ਤੇ ਪੈਂਦੇ ਨੇ, ਕ੍ਰੈਡਿਟ ਵਿੱਚ ਸਾਰੀਆਂ ਇਨਕਮਸ ਪੈਂਦੀਆਂ ਨੇ। ਕਿਹੜਾ ਰੂਲ ਲੱਗ ਰਿਹਾ, ਨੋਮੀਨਲ ਅਕਾਊਂਟ ਰੂਲ ਲੱਗ ਰਿਹਾ। ਨੋਮੀਨਲ ਅਕਾਊਂਟ ਰੂਲ ਕੀ ਕਹਿੰਦਾ, ਡੈਬਿਟ ਆਲ ਐਕਸਪੈਂਸਿਸ, ਕ੍ਰੈਡਿਟ ਆਲ ਇਨਕਮਸ, ਠੀਕ ਹੈ। ਤਾਂ ਆਪਾਂ ਨੇ ਉਰੇ ਐਡਵਰਟਾਈਜ਼ਮੈਂਟ ਪਾਤੀ ਨਾ। ਹੁਣ ਆ ਗਿਆ ਕੈਸ਼। ਕੈਸ਼ ਕੋਈ ਐਕਸਪੈਂਸ ਲੱਗ ਰਿਹਾ ਤੁਹਾਨੂੰ, ਨਹੀਂ ਲੱਗ ਰਿਹਾ ਨਾ। ਤੁਹਾਨੂੰ ਕੈਸ਼ ਐਕਸਪੈਂਸ ਨਹੀਂ ਲੱਗ ਰਿਹਾ, ਕੋਈ ਤੁਹਾਨੂੰ ਕਿਸੇ ਤਰ੍ਹਾਂ ਵੀ ਸੋਚੋ ਕੈਸ਼ ਕੋਈ ਐਕਸਪੈਂਸ ਹੈ, ਨਹੀਂ ਹੈ, ਮਗਰ ਉਹ ਕੀ ਦਿਖਾ ਰਿਹਾ, ਡੈਬਿਟ ਬੈਲੈਂਸ। ਤਾਂ ਇਸ ਦਾ ਮਤਲਬ ਇਹ ਕੀ ਹੋਏਗਾ, ਤੁਹਾਨੂੰ ਮੈਂ ਪਿਛਲੇ ਲੈਕਚਰ 'ਚ ਕੀ ਦੱਸਿਆ ਸੀ, ਕੋਈ ਐਕਸਪੈਂਸਿਸ, ਕੋਈ ਐਕਸਪੈਂਸਿਸ ਨਹੀਂ ਹੈ, ਮਗਰ ਉਹ ਡੈਬਿਟ 'ਚ ਦਿਖਾ ਰਿਹਾ। ਉਹ ਕੀ ਚਲੇ ਜਾਂਦੇ ਆ, ਬੈਲੈਂਸ ਸ਼ੀਟ 'ਚ ਚਲੇ ਜਾਂਦੇ ਆ, ਬੈਲੈਂਸ ਸ਼ੀਟ 'ਚ ਚਲੇ ਜਾਂਦੇ ਆ ਕ੍ਰੈਡਿਟ ਸਾਈਡ 'ਤੇ, ਐਸੈਟ ਵਾਲੀ ਸਾਈਡ 'ਤੇ ਕੈਸ਼ ਪਾਤਾ, ਠੀਕ ਹੈ। ਤੁਹਾਨੂੰ ਮੈਂ ਦੱਸਿਆ ਸੀ ਜਿਹੜੇ ਇਸ ਨੇਚਰ ਦੇ ਨਹੀਂ ਹੈ, ਜਿਹੜੇ ਡੈਬਿਟ ਬੈਲੈਂਸ ਹੈ ਮਗਰ ਐਕਸਪੈਂਸਿਸ ਨਹੀਂ ਹੈ, ਅਤੇ ਜਿਹੜੇ ਇੱਧਰ ਨਹੀਂ ਆ ਸਕਦੇ ਤਾਂ ਉਹ ਕਿੱਥੇ ਚਲੇ ਜਾਂਦੇ ਆ, ਉਹ ਕਿੱਥੇ ਚਲੇ ਜਾਂਦੇ ਆ, ਉਹ ਕਿੱਥੇ ਚਲੇ ਜਾਂਦੇ ਆ, ਇੱਧਰ ਚਲੇ ਜਾਂਦੇ ਆ, ਐਸੈਟ ਵਾਲੀ ਸਾਈਡ ਚਲੇ ਜਾਂਦੇ ਆ, ਠੀਕ ਹੈ। ਇਹ ਲਾਇਬਿਲਟੀਜ਼ ਹੈ, ਇਹ ਐਸੈਟ ਹੈ, ਐਸੈਟ ਵਾਲੀ ਸਾਈਡ ਚਲੇ ਜਾਂਦੇ ਆ, ਠੀਕ ਹੈ। ਅਤੇ ਜੋ ਕ੍ਰੈਡਿਟ ਨੇਚਰ ਦੇ ਨਹੀਂ ਹੈ, ਮਤਲਬ ਕਿ ਕੋਈ ਇਨਕਮ ਨਹੀਂ ਹੈ, ਠੀਕ ਹੈ, ਕੋਈ ਇਨਕਮ ਨਹੀਂ ਹੈ, ਮਗਰ ਉਹ ਕ੍ਰੈਡਿਟ 'ਚ ਸ਼ੋ ਕਰ ਰਿਹਾ ਬੈਲੈਂਸ, ਟਰਾਇਲ ਬੈਲੈਂਸ ਵਿੱਚ, ਠੀਕ ਹੈ। ਉਹ ਕਿੱਥੇ ਚਲੇ ਜਾਂਦੇ ਨੇ, ਉਹ ਲਾਇਬਿਲਟੀ ਸਾਈਡ ਚਲੇ ਜਾਂਦੇ ਨੇ, ਠੀਕ ਹੈ ਨਾ। ਹੁਣ ਜਿਵੇਂ ਕੈਸ਼ ਹੈ, ਕੈਸ਼ ਕੋਈ ਖਰਚਾ ਨਹੀਂ ਦਿਖ ਰਿਹਾ ਸਾਨੂੰ, ਮਗਰ ਉਹ ਡੈਬਿਟ ਬੈਲੈਂਸ ਦਿਖਾ ਰਿਹਾ, ਠੀਕ ਹੈ, ਡੈਬਿਟ ਬੈਲੈਂਸ ਦਿਖਾ ਰਿਹਾ, ਤਾਂ ਉਹ ਕਿੱਥੇ ਚਲਾ ਜਾਂਦਾ, ਕਿੱਥੇ ਚਲਾ ਜਾਂਦਾ, ਉਹ ਐਸੈਟ ਸਾਈਡ ਚਲਾ ਜਾਂਦਾ, ਕੈਸ਼ ਵਿੱਚ ਚਲਾ ਜਾਏਗਾ ਉਰੇ, ਠੀਕ ਹੈ। ਅੱਗੇ ਦੇਖੋ ਆਫਿਸ ਬਿਲਡਿੰਗ,
ਆਫਿਸ ਬਿਲਡਿੰਗ ਕੀ ਹੈ, ਕੋਈ ਖਰਚਾ ਹੈ? ਨਹੀਂ। ਸਾਡਾ ਕੀ ਹੈ? ਐਸੈਟ ਹੈ। ਐਸੈਟ ਹੈ, ਐਸੈਟ ਮੰਨਦੇ ਹੋ ਨਾ ਕਿ ਫਿਕਸ ਐਸੈਟ ਹੈ। ਆਫਿਸ ਬਿਲਡਿੰਗ ਲੌਂਗ ਟਰਮ ਲਈ ਹੈ, ਰੀਅਲ ਅਕਾਊਂਟ ਹੈ, ਠੀਕ ਹੈ। ਮਗਰ ਐਕਸਪੈਂਸ ਨਹੀਂ ਹੈ, ਮਗਰ ਐਕਸਪੈਂਸ ਨਹੀਂ ਹੈ ਤੇ ਇਹ ਦੇਖੋ ਇਹ ਡੈਬਿਟ ਬੈਲੈਂਸ ਦਿਖਾ ਰਿਹਾ, ਡੈਬਿਟ ਬੈਲੈਂਸ ਹੈ ਤਾਂ ਇਹ ਪੀਰੀਅਡ ਅਕਾਊਂਟ 'ਚ ਨਹੀਂ ਜਾ ਰਿਹਾ ਡੈਬਿਟ ਸਾਈਡ 'ਤੇ, ਤਾਂ ਇਹ ਐਸੈਟ ਵਾਲੀ ਸਾਈਡ ਚਲਾ ਜਾਏਗਾ, ਇਹ ਐਸੈਟ ਵਾਲੀ ਸਾਈਡ ਚਲਾ ਜਾਏਗਾ, ਠੀਕ ਹੈ। ਬਿਲਡਿੰਗ ਅਕਾਊਂਟ 2,10,000, ਠੀਕ ਹੈ। ਅੱਗੇ ਕੀ ਹੈ, ਅੱਗੇ ਦੇਖੋ ਆ ਰਿਹਾ, ਅੱਗੇ ਕੀ ਹੈ? ਕੈਪੀਟਲ ਅਕਾਊਂਟ। ਕੈਪੀਟਲ ਕੀ ਹੈ? ਕ੍ਰੈਡਿਟ ਬੈਲੈਂਸ ਹੈ, ਠੀਕ ਹੈ। ਇਹ ਕੋਈ ਕੈਪੀਟਲ ਕੋਈ ਇਨਕਮ ਹੈ? ਦੱਸੋ, ਕੋਈ ਕੈਪੀਟਲ ਇਨਕਮ ਹੈ? ਇਨਕਮ ਨਹੀਂ ਹੈ ਸਾਡੀ, ਲਾਇਬਿਲਿਟੀ ਹੈ। ਇਨਕਮ ਤਾਂ ਨਹੀਂ ਹੈ ਨਾ, ਕੋਈ ਇਨਕਮ ਤਾਂ ਨਹੀਂ ਦਿਖਾ ਰਿਹਾ, ਕੋਈ ਇਨਡਾਇਰੈਕਟ ਇਨਕਮ ਤਾਂ ਨਹੀਂ ਹੈ ਸਾਡੀ, ਕੋਈ ਇਨਕਮ ਨਹੀਂ ਹੈ। ਕੈਪੀਟਲ ਕੀ ਹੁੰਦੀ ਹੈ ਬਿਜ਼ਨਸ ਐਂਟੀਟੀ ਕੰਸੈਪਟ ਵਿੱਚ? ਓਨਰ ਦੀ ਕੈਪੀਟਲ ਕੀ ਹੁੰਦੀ ਹੈ? ਲਾਇਬਿਲਿਟੀ ਹੁੰਦੀ ਹੈ, ਲਾਇਬਿਲਿਟੀ ਹੁੰਦੀ ਹੈ, ਠੀਕ ਹੈ। ਮੈਂ ਤੁਹਾਨੂੰ ਦੱਸਿਆ ਸੀ ਜੇ ਉਹ ਕ੍ਰੈਡਿਟ ਬੈਲੈਂਸ ਹੈ ਮਗਰ ਉਹ ਇਨਕਮ ਨਹੀਂ ਹੈ, ਕੋਈ ਕ੍ਰੈਡਿਟ ਬੈਲੈਂਸ ਹੈ, ਨੋਮੀਨਲ ਅਕਾਊਂਟ ਕੀ ਕਹਿੰਦੇ ਕ੍ਰੈਡਿਟ ਆਲ ਇਨਕਮਸ, ਮਗਰ ਉਹ ਇਨਕਮ ਨਹੀਂ ਹੈ, ਤਾਂ ਜੇ ਇਨਕਮ ਨਹੀਂ ਹੈ ਮਗਰ ਉਹ ਕ੍ਰੈਡਿਟ ਬੈਲੈਂਸ ਹੈ, ਮਤਲਬ ਉਰੇ ਜਿਹੜਾ ਬੈਲੈਂਸ ਦਿਖਾ ਰਿਹਾ ਹੈ ਆ ਦੇਖੋ ਇਹ ਡੈਬਿਟ ਬੈਲੈਂਸ ਹੈ, ਇਹ ਕ੍ਰੈਡਿਟ ਬੈਲੈਂਸ ਹੈ। ਜੇ ਕ੍ਰੈਡਿਟ 'ਚ ਸੇਲ ਕੈਪੀਟਲ ਦਿਖਾ ਰਿਹਾ ਹੈ ਤਾਂ ਇਸਦਾ ਮਤਲਬ ਉਹ ਕ੍ਰੈਡਿਟ ਬੈਲੈਂਸ ਹੈ ਨਾ, ਕ੍ਰੈਡਿਟ ਬੈਲੈਂਸ ਹੈ। ਮਗਰ ਜੇ ਉਹ ਪ੍ਰੋਫਿਟ ਐਂਡ ਲੋਸ 'ਚ ਨਹੀਂ ਆ ਸਕਦਾ ਕ੍ਰੈਡਿਟ ਸਾਈਡ ਕਿਉਂਕਿ ਉਹ ਇਨਕਮ ਨਹੀਂ ਹੈ, ਤਾਂ ਉਹ ਕਿੱਥੇ ਚਲਾ ਜਾਏਗਾ? ਬੈਲੈਂਸ ਸ਼ੀਟ ਵਿੱਚ ਲਾਇਬਿਲਿਟੀ ਸਾਈਡ ਚਲਾ ਜਾਏਗਾ, ਕੈਪੀਟਲ ਅਕਾਊਂਟ ਵਿੱਚ, ਠੀਕ ਹੈ। ਜੋ ਬੈਲੈਂਸ ਗ੍ਰੋਸ ਪ੍ਰੋਫਿਟ ਉਰੇ ਪੀਰੀਅਡ ਅਕਾਊਂਟ ਵਿੱਚ ਇਨਕਮ 'ਚ ਨਹੀਂ ਆ ਸਕਦਾ, ਉਹ ਥੱਲੇ ਚਲਾ ਜਾਏਗਾ ਲਾਇਬਿਲਿਟੀ ਸਾਈਡ ਵਿੱਚ, ਬੈਲੈਂਸ ਸ਼ੀਟ ਵਿੱਚ, ਠੀਕ ਹੈ। ਕੈਪੀਟਲ ਅਕਾਊਂਟ ਪਾਤਾ ਆਪਾਂ ਨੇ। ਉਸ ਤੋਂ ਬਾਅਦ ਬੈਂਕ। ਬੈਂਕ ਕੀ ਹੈ? ਕੋਈ ਐਕਸਪੈਂਸ ਹੈ? ਨਹੀਂ ਹੈ, ਮਗਰ ਡੈਬਿਟ ਬੈਲੈਂਸ ਹੈ। ਇਸਦਾ ਮਤਲਬ ਕਿੱਥੇ ਜਾਏਗਾ? ਐਸੈਟ ਵਾਲੀ ਸਾਈਡ ਜਾਏਗਾ, ਕਰੰਟ ਐਸੈਟ ਹੈ ਤਾਂ ਆਪਣੀ ਐਸੈਟ ਵਾਲੀ ਸਾਈਡ ਚਲਾ ਜਾਏਗਾ ਬੈਂਕ। ਬੈਂਕ ਚਲਾ ਗਿਆ, ਚਲਾ ਗਿਆ, ਠੀਕ ਹੈ। ਇਵੇਂ ਹੀ ਸਾਡੀ ਅਮਾਊਂਟ ਚੱਕਣੀ ਆਪਾਂ ਨੇ। ਮੋਟਰ ਵਾਹੀਕਲ ਕੀ ਹੈ? ਡੈਬਿਟ ਬੈਲੈਂਸ ਹੈ, ਮਗਰ ਇਹ ਖਰਚਾ ਨਹੀਂ ਹੈ, ਐਸੈਟ ਹੈ। ਐਸੈਟ ਹੈ ਤਾਂ ਕਿਤੇ ਚਲਾ ਜਾਏਗਾ? ਐਸੈਟ ਵਾਲੀ ਸਾਈਡ ਚਲਾ ਜਾਏਗਾ, ਠੀਕ ਹੈ। ਮੋਟਰ ਵਾਹੀਕਲ ਆ ਰਿਹਾ, ਆ ਦੇਖੋ ਮੋਟਰ ਵਾਹੀਕਲ ਐਸੈਟ ਵਾਲੀ ਸਾਈਡ ਚਲਾ ਗਿਆ, ਠੀਕ ਹੈ। ਤਾਂ ਅੱਗੇ ਆਪਾਂ ਦੇਖਦੇ ਹਾਂ, ਆ ਦੇਖੋ ਸੰਡਰੀ ਕ੍ਰੈਡੀਟਰਸ। ਕ੍ਰੈਡੀਟਰਸ ਹੈ, ਠੀਕ ਹੈ। ਇੱਕ ਕ੍ਰੈਡੀਟਰ ਹੈ, ਅਸੀਂ ਇਹਨਾਂ ਨੂੰ ਪੇਮੈਂਟ ਕਰਨੀ ਹੈ, ਲਾਇਬਿਲਿਟੀ ਹੈ, ਠੀਕ ਹੈ, ਲਾਇਬਿਲਿਟੀ ਹੈ, ਇਨਕਮ ਤਾਂ ਨਹੀਂ ਹੈ, ਤਾਂ ਪੀਰੀਅਡ ਅਕਾਊਂਟ 'ਚ ਆਪਾਂ ਨਹੀਂ ਸ਼ੋ ਕਰ ਸਕਦੇ। ਪੀਰੀਅਡ ਅਕਾਊਂਟ ਕੀ ਹੁੰਦਾ? ਆ ਦੇਖੋ ਇਹ ਪੀਰੀਅਡ ਅਕਾਊਂਟ ਹੈ, ਪੀਐਨਐਨ ਅਕਾਊਂਟ ਹੈ ਨਾ, ਇਹ ਪੀਐਨਐਨ ਅਕਾਊਂਟ ਹੈ, ਇਹ ਸਾਰਾ ਪੀਐਨਐਨ ਅਕਾਊਂਟ ਹੈ। ਇਹ ਇਨਕਮਸ ਆਉਂਦੀਆਂ ਉਰੇ ਐਕਸਪੈਂਸਿਸ ਆਉਂਦੇ। ਜੇ ਇਨਕਮ ਨਹੀਂ ਹੈ, ਕ੍ਰੈਡੀਟਰ ਕੀ ਹੈ? ਸਾਡੀ ਲਾਇਬਿਲਿਟੀ ਹੈ, ਅਸੀਂ ਦੇਣਦਾਰ ਉਹਨਾਂ ਨੂੰ ਅਸੀਂ ਪੈਸਾ ਪੇ ਕਰਨਾ। ਕ੍ਰੈਡੀਟਰ ਹਮੇਸ਼ਾ ਕੀ ਹੁੰਦੇ? ਜਿਨ੍ਹਾਂ ਨੂੰ ਅਸੀਂ ਪੈਸਾ ਪੇ ਕਰਨਾ ਹੁੰਦਾ, ਮਗਰ ਉਹ ਇਸ ਸਾਈਡ ਜੇ ਸ਼ੋ ਨਹੀਂ ਹੋ ਸਕਦਾ ਕਿਉਂਕਿ ਉਰੇ ਸਾਰੀ ਇਨਕਮ ਸ਼ੋ ਹੁੰਦੀ ਹੈ ਇੰਟਰੈਕਟ, ਤਾਂ ਉਹਨੂੰ ਕਿੱਥੇ ਪਾ ਦਾਂਗੇ ਆਪਾਂ ਪਾ ਦਾਂਗੇ ਲਾਇਬਿਲਿਟੀ ਸਾਈਡ, ਐਸੈਟ ਦੀ ਲਾਇਬਿਲਿਟੀ ਸਾਈਡ। ਤਾਂ ਉਰੇ ਕੀ ਪਾ ਦਾਂਗੇ? ਸੈਂਡਰੀ ਕ੍ਰੈਡੀਟਰਸ, ਠੀਕ ਹੈ। ਆਪਾਂ ਉਰੇ ਪਾਤੇ ਨਾ, ਦੇਖੋ ਇਹ ਉਰੀ ਸ਼ੋ ਕਰ ਰਿਹਾ ਕ੍ਰੈਡੀਟਰਸ, ਸੈਂਡਰੀ ਕ੍ਰੈਡੀਟਰਸ, ਠੀਕ ਹੈ। ਸੈਂਡਰੀ ਕ੍ਰੈਡੀਟਰਸ ਉਰੀ ਸ਼ੋ ਕਰ ਰਿਹਾ ਤਾਂ ਆਪਾਂ ਉਰੇ ਸ਼ੋ ਕਰ ਦਾਂਗੇ, ਠੀਕ ਹੈ। ਇਹ ਪੂਰਾ ਇੱਕੋ ਸਟੇਟਮੈਂਟ ਹੈ, ਜਿਹੜੀ ਇਹ ਅਮਾਊਂਟ ਹੈ ਨਾ, ਇਹ ਜਿਹੜੀ ਅਮਾਊਂਟ ਹੈ ਇਹ ਇਸ ਦੀ ਅਮਾਊਂਟ ਹੈ ਟੋਟਲ, ਠੀਕ ਹੈ ਨਾ। ਸੈਂਡਰੀ ਕ੍ਰੈਡੀਟਰਸ ਕਿੰਨੀ ਹੈ? 1,80,000। ਉੱਪਰ ਆਪਾਂ ਸ਼ੋ ਦੇਖਿਆ ਸੀ ਨਾ, ਆਪਾਂ ਨੇ ਉਹ ਸ਼ੋ ਉਰੇ ਸ਼ੋ ਕੀਤਾ ਹੋਇਆ 1,80,000 ਕ੍ਰੈਡੀਟਰਸ। ਇਹ ਕੀ ਹੈ? ਇਨਕਮ ਨਹੀਂ ਹੈ, ਲਾਇਬਿਲਿਟੀ ਹੈ। ਤਾਂ ਜੇ ਪੀਐਨਐਲ ਅਕਾਊਂਟ 'ਚ ਨਹੀਂ ਪੈ ਸਕਦੇ ਤਾਂ ਲਾਇਬਿਲਿਟੀ ਸਾਈਡ ਬੈਲੈਂਸ ਸ਼ੀਟ 'ਚ ਪੈਣਗੇ, ਠੀਕ ਹੈ। ਜਿਹੜੀ ਬੈਲੈਂਸ ਸ਼ੀਟ ਹੈ ਇਸ 'ਚ ਪੈਣਗੇ, ਬੈਲੈਂਸ ਸ਼ੀਟ ਵਿੱਚ ਸੈਂਡਰੀ ਕ੍ਰੈਡੀਟਰ ਜਿਹੜੇ ਆ ਲਾਇਬਿਲਿਟੀ ਸਾਈਡ ਪੈਣਗੇ। ਜੇ ਇਨਕਮ ਨਹੀਂ ਹੈ ਨਾ ਤਾਂ ਇਹਲੀ ਸਾਈਡ ਪੈਣਗੇ, ਠੀਕ ਹੈ ਨਾ। ਇਹ ਡੈਬਿਟ ਸਾਈਡ ਪੈਣਗੇ, ਇਹ ਕ੍ਰੈਡਿਟ ਹੈ, ਠੀਕ ਹੈ। ਵੈਸੇ ਨੋਰਮਲ ਅੱਗੇ ਚੱਲੀਏ, ਇਹ ਲਾਇਬਿਲਿਟੀਜ਼ ਹੈ, ਇਹ ਐਸੈਟ ਹੈ, ਠੀਕ ਹੈ। ਦੇਖ ਲਿਆ ਆਪਾਂ ਨੇ ਇਹ ਦੇਖ ਲਿਆ ਨਾ, ਸੈਂਡਰੀ ਕ੍ਰੈਡੀਟਰਸ ਦੇਖ ਲਿਆ। ਹੁਣ ਸੇਲ ਕੀ ਹੈ? ਸੇਲ ਆ ਰਹੀ ਕ੍ਰੈਡਿਟ ਵਿੱਚ। ਸੇਲ ਕੀ ਹੈ ਦੱਸੋ? ਸੇਲ ਕੀ ਹੈ? ਆਪਣੀ ਇੱਕ ਤਰ੍ਹਾਂ ਦਾ ਰੈਵਨਿਊ ਨੇਚਰ ਹੈ, ਅਤੇ ਆਪਾਂ ਕਿੱਥੇ ਪਾਵਾਂਗੇ ਇਹਨੂੰ ਪੀਐਨਐਲ ਅਕਾਊਂਟ 'ਚ ਨਹੀਂ ਪਾ ਸਕਦੇ, ਇਹ ਟਰੇਡਿੰਗ ਅਕਾਊਂਟ 'ਚ ਪਏਗਾ ਹਮੇਸ਼ਾ। ਕ੍ਰੈਡਿਟ ਹੈ, ਇਨਕਮ ਹੈ, ਇੱਕ ਤਰ੍ਹਾਂ ਦਾ ਰੈਵਨਿਊ ਨੇਚਰ ਹੈ, ਤਾਂ ਉਹਨੂੰ ਸੇਲ ਪਾਵਾਂਗੇ। ਇੰਨੀ ਸਾਡੀ ਸੇਲ ਹੋਈ ਹੈ, ਇਹ ਆਪਾਂ ਨੇ ਸੇਲ ਪਾਤੀ, ਠੀਕ ਹੈ। ਜਿੰਨੀਆਂ ਵੀ ਉੱਪਰ ਟਰਾਇਲ ਬੈਲੈਂਸ ਅਮਾਊਂਟ ਹੈ ਨਾ, ਇਵੇਂ ਪਾਣੀਆਂ ਸਾਰੀਆਂ ਪੀਐਨਐਲ ਅਕਾਊਂਟ ਅਤੇ ਪ੍ਰੋਫਿਟ ਐਂਡ ਲੋਸ ਅਕਾਊਂਟ ਵਿੱਚ ਅਤੇ ਬੈਲੈਂਸ ਸ਼ੀਟ ਵਿੱਚ, ਠੀਕ ਹੈ। ਉਹ ਆਪਾਂ ਨੇ ਸੇਲ ਪਾਰਟੀ ਅਤੇ ਪੀਐਨਐਲ ਐਪਰੋਵੇਸ਼ਨ ਅਕਾਊਂਟ, ਇੱਕ ਪੀਐਨਐਲ ਐਪਰੋਵੇਸ਼ਨ ਅਕਾਊਂਟ ਬਣਦਾ ਹਰੇਕ ਕੋਈ ਕੰਪਨੀ ਦਾ ਹੁੰਦਾ। ਜੇ ਕੋਈ ਬਿਜ਼ਨਸ ਪਾਰਟਨਰ ਹੈ ਜਾਂ ਕੁਛ ਹੈ ਤਾਂ ਉਹ ਆਪਣਾ ਸ਼ੇਅਰ ਕਰਦੇ ਹੈ, ਠੀਕ ਹੈ। ਇਹ ਇੱਕ ਐਕਸਟਰਾ ਹੋ ਸਕਦਾ ਜੋ ਪਿਛਲੇ ਸਾਲ ਤੋਂ ਚੱਲਦਾ ਆਵੇ, ਕੁਛ ਹੋ ਸਕਦਾ, ਠੀਕ ਹੈ। ਇਹ ਵੀ ਕ੍ਰੈਡਿਟ ਹੈ ਕਿਉਂਕਿ ਇਨਕਮ ਹੈ, ਠੀਕ ਹੈ। ਕ੍ਰੈਡਿਟ ਇਨਕਮ ਹੈ, ਇਨਕਮ ਹੈ ਨਾ ਆਪਣੀ ਪੀਐਨਐਲ ਐਪਰੋਵੇਸ਼ਨ ਪ੍ਰੋਫਿਟ ਐਂਡ ਲੋਸ ਅਕਾਊਂਟ, ਤਾਂ ਇਨਕਮ ਹੈ। ਤਾਂ ਮਗਰ ਜੇ ਇਨਕਮ ਹੈ ਤਾਂ ਮਗਰ ਇਹ ਇੰਡਾਇਰੈਕਟ ਇਨਕਮ ਤਾਂ ਨਹੀਂ ਹੈ, ਇੰਡਾਇਰੈਕਟ ਇਨਕਮ ਨਹੀਂ ਹੈ,
ਤਾਂ ਉਰੇ ਤਾਂ ਆ ਨਹੀਂ ਸਕਦੀ ਪੀ ਐਨ ਅਕਾਊਂਟ ਵਿੱਚ, ਠੀਕ ਹੈ ਨਾ। ਪੀ ਐਨ ਅਕਾਊਂਟ 'ਚ ਤਾਂ ਆ ਨਹੀਂ ਸਕਦੀ, ਜਿਹੜੀ ਪੀ ਐਨ ਅਕਾਊਂਟ 'ਚ ਨਹੀਂ ਆ ਸਕਦੀ ਉਹ ਲਾਇਬਿਲਿਟੀ ਸਾਈਡ ਆ ਜਾਏਗੀ ਪੀ ਐਨ ਅਕਾਊਂਟ ਵਿੱਚ, ਠੀਕ ਹੈ। ਉਹ ਪੀ ਐਨ ਅਕਾਊਂਟ ਦੀ ਲਾਇਬਿਲਿਟੀ ਸਾਈਡ ਆ ਜਾਏਗੀ, ਠੀਕ ਹੈ। ਤਾਂ ਉਸ ਤੋਂ ਬਾਅਦ ਮਸ਼ੀਨਰੀ ਬਚ ਗਈ, ਹੁਣ ਸੰਡੀ ਡੈਟਰਸ ਬਚ ਗਏ। ਡੈਟਰਸ ਕੀ ਹੈ? ਜਿਨ੍ਹਾਂ ਤੋਂ ਅਸੀਂ ਪੈਸੇ ਲੈਣਾ। ਡੈਬਿਟ ਬੈਲੈਂਸ ਹੈ, ਡੈਬਿਟ ਬੈਲੈਂਸ ਹੈ। ਐਕਸਪੈਂਸਿਸ ਨਹੀਂ ਹੈ, ਇਹ ਐਕਸਪੈਂਸਿਸ ਤਾਂ ਨਹੀਂ ਹੈ, ਖਰਚਾ ਨਹੀਂ ਹੈ, ਤਾਂ ਆਪਾਂ ਪੀ ਐਨ ਅਕਾਊਂਟ 'ਚ ਨਹੀਂ ਦਿਖਾ ਸਕਦੇ, ਠੀਕ ਹੈ ਨਾ। ਐਕਸਪੈਂਸਿਸ ਨਹੀਂ ਹੈ, ਡੈਟਰ ਸਾਡੇ ਜਿਨ੍ਹਾਂ ਤੋਂ ਅਸੀਂ ਪੈਸਾ ਲੈਣਾ, ਇਹਦਾ ਮਤਲਬ ਸਾਡੇ ਉਹ ਐਸਟਸ ਹੈ, ਤਾਂ ਉਹ ਆਪਾਂ ਜੇ ਇੱਥੇ ਨਹੀਂ ਦਿਖਾ ਸਕਦੇ ਤਾਂ ਉਸ ਐਸਟ ਸਾਈਡ ਪੈ ਜਾਂਦੇ ਆ। ਜਿਹੜੀ ਚੀਜ਼ ਉਰੇ ਨਹੀਂ ਆ ਸਕਦੀ, ਜੇ ਡੈਬਿਟ ਬੈਲੈਂਸ ਵਿੱਚ ਹੈ, ਜਿਹੜੀ ਚੀਜ਼ ਐਕਸਪੈਂਸਿਸ ਵਿੱਚ ਨਹੀਂ ਆ ਸਕਦੀ ਪੀ ਐਨ ਅਕਾਊਂਟ ਦੇ, ਉਹ ਕਿੱਥੇ ਆ ਜਾਏਗੀ? ਉਹ ਆ ਜਾਏਗੀ ਐਸਟ ਸਾਈਡ, ਉਰੇ ਦਿਖਾ ਦਾਂਗੇ ਆਪਾਂ। ਉਰੇ ਸੰਡੀ ਡੈਟਰਸ ਦਿਖਾਏ ਪਏ ਹੋਣੇ, ਆ ਦੇਖੋ ਸੰਡੀ ਡੈਟਰਸ ਆਪਾਂ ਉਰੇ ਸ਼ੋਅ ਕਰ ਦਾਂਗੇ, ਠੀਕ ਹੈ। ਜਿਹੜੀਆਂ ਆਪਾਂ ਨੇ ਵਰਡਸ ਮੈਂ ਨੀਵੇਂ ਪਾ ਤੇ ਅਮਾਊਂਟ ਇਹ ਤੁਸੀਂ ਆਪੇ ਦੇਖ ਲਓ। ਮੋਟਰਸਾਈਕਲ ਦਾ ਇੰਨਾ ਅਤੇ ਕੀ ਨਾਮ ਮੋਟਰ ਵਾਹੀਕਲਸ ਇੱਕੋ ਹੀ ਨੇਮ ਹੈ, ਠੀਕ ਹੈ। ਮੋਟਰਸਾਈਕਲ ਦਾ 2,08,000 ਹੈ ਅਤੇ ਸੰਡੀ ਡੈਟਰਸ ਦਾ ਕਿੰਨਾ ਹੈ? 5,69,000 ਇੰਨੀ ਅਮਾਊਂਟ ਹੈ, ਜਾਂ ਆਈ ਥਿੰਕ ਇੰਨੀ ਅਮਾਊਂਟ ਹੈ, ਠੀਕ ਹੈ। ਜਾਂ ਉੱਪਰਲੀ ਅਮਾਊਂਟ ਹੋਏਗੀ, ਕਿਉਂਕਿ ਉੱਪਰ ਥੱਲੇ ਹੈ। ਤੁਸੀਂ ਇਹਨਾਂ ਧਿਆਨ ਦਿਓ, ਜੋ ਤੁਹਾਨੂੰ ਮੈਂ ਸਮਝਾ ਰਿਹਾ ਤੁਸੀਂ ਉਹ ਦੇਖੋ, ਕਿਉਂਕਿ ਅਮਾਊਂਟ ਤਾਂ ਆਪਣੇ ਕੋਲ ਆਪਾਂ ਨੇ ਜ਼ਿਆਦਾ ਨਹੀਂ ਸਮਝਣਾ, ਆਪਾਂ ਨੇ ਸਮਝਣਾ ਹੈ ਕਿ ਕੰਸੈਪਟ ਕਿਵੇਂ ਲੱਗ ਰਿਹਾ, ਠੀਕ ਹੈ। ਤਾਂ ਮਤਲਬ ਕਿ ਇਸ ਵੱਲ ਜ਼ਿਆਦਾ ਧਿਆਨ ਨਾ ਦੇਣਾ ਜੇ ਬਾਈ ਚਾਂਸ ਮਿਸਟੇਕ ਵੀ ਹੋਵੇ, ਕਿਉਂਕਿ ਆਪਾਂ ਨੇ ਮੇਨ ਚੀਜ਼ ਇਹ ਸਮਝਣੀ, ਕਿਉਂਕਿ ਮੈਂ ਉਹਦੇ ਸਿਰਫ ਵਰਡਿੰਗ ਇਸ ਤਰ੍ਹਾਂ ਲਿੱਤੀ ਹੈ, ਸੰਡੀ ਡੈਟਰਸ ਮੈंने ਇਸ ਤਰ੍ਹਾਂ ਪਾ ਲਏ, ਠੀਕ ਹੈ ਨਾ। ਤਾਂ ਇਹਦਾ ਮਤਲਬ ਸੰਡੀ ਲੱਗ ਨਹੀਂ, ਡੈਟਰ ਲੱਗ ਨਹੀਂ, ਇਕੱਠਾ ਹੀ ਹੈ ਸੰਡੀ ਡੈਟਰਸ, ਠੀਕ ਹੈ। ਜਿਵੇਂ ਉਹਦੇ ਮੋਟਰ ਵਾਹੀਕਲ ਉਹ ਇਕੱਠਾ ਹੀ ਹੈ, ਕੱਲੀ ਮੋਟਰ ਨਹੀਂ, ਕੱਲੀ ਵਾਹੀਕਲ ਨਹੀਂ ਹੈ, ਠੀਕ ਹੈ। ਤਾਂ ਅਮਾਊਂਟ ਸੀ ਉਸ ਹਿਸਾਬ से मैंने ਉੱਪਰ ਥੱਲੇ ਹੈ, ਮਤਲਬ ਕਿ ਕੈਸ਼ ਦੇ ਸਾਹਮਣੇ ਕੈਸ਼ ਹੈ, ਬੈਂਕ ਦੇ ਸਾਹਮਣੇ ਬੈਂਕ ਹੈ, ਤਾਂ ਮੋਟਰ ਵਾਹੀਕਲ ਦੇ ਸਾਹਮਣੇ ਥੋੜ੍ਹਾ ਉਹ ਹੋ ਸਕਦਾ, ਕੀ ਨਾਮ ਹੈ, ਮੋਟਰਸਾਈਕਲ ਦਾ 2,08,000 ਹੋ ਸਕਦਾ, ਸੰਡੀ ਡੈਟਰ ਦਾ 5,69,000 ਹੋ ਸਕਦਾ, ਠੀਕ ਹੈ। ਆਖਰੀ 'ਚ ਕੀ ਬਚ ਗਈ? ਮਸ਼ੀਨਰੀ ਅਕਾਊਂਟ, ਠੀਕ ਹੈ। ਅਤੇ ਮਸ਼ੀਨਰੀ ਦਾ 5,69,000, ਠੀਕ ਹੈ। ਅਮਾਊਂਟਸ ਵੱਲ ਨਾ ਜਾਇਓ, ਜੋ ਤੁਹਾਨੂੰ ਮੈਂ ਕੰਸੈਪਟ ਸਮਝਾ ਰਿਹਾ ਸੀ ਉਹ ਦੇਖੋ ਬਸ। 5,69,000 ਇਹ ਕੀ ਦਿਖਾ ਰਿਹਾ? ਡੈਬਿਟ ਬੈਲੈਂਸ। ਤੁਹਾਨੂੰ ਕਿੱਥੋਂ ਵੀ ਲੱਗ ਰਿਹਾ ਐਕਸਪੈਂਸ ਹੈ, ਐਕਸਪੈਂਸ ਨਹੀਂ ਹੈ, ਤਾਂ ਬਸ ਉਹੀ ਫਾਰਮੂਲਾ ਕਿ ਜੋ ਐਕਸਪੈਂਸ ਨਹੀਂ ਹੈ, ਜੋ ਪੀ ਐਨ ਅਕਾਊਂਟ 'ਚ ਨਹੀਂ ਆ ਸਕਦਾ, ਤਾਂ ਉਹ ਕਿੱਥੇ ਚਲਾ ਆਏਗਾ? ਐਸਟ ਸਾਈਡ। ਐਸਟ ਸਾਈਡ ਆਪਾਂ ਦਿਖਾ ਦਾਂਗੇ, ਉਰੇ ਆ ਦੇਖੋ, ਉਰੇ ਦਿਖਾਇਆ ਪਿਆ ਹੋਏਗਾ ਮਸ਼ੀਨਰੀ ਅਕਾਊਂਟ, ਠੀਕ ਹੈ। 5,69,000, ਠੀਕ ਹੈ। ਮਗਰ ਇਹ ਸੰਡੀ ਡੈਟਰਸ ਹੋਏਗਾ 2,08,000, ਠੀਕ ਹੈ। ਮੋਟਰ ਵਾਹੀਕਲ ਦਾ ਕਿੰਨਾ ਹੋਏਗਾ? 2,10,000, ਠੀਕ ਹੈ। ਮੋਟਰ ਵਾਹੀਕਲ ਦਾ ਬਿਲਡਿੰਗ ਦਾ 1,19,000 ਇਵੇਂ ਹੋਏਗਾ, ਠੀਕ ਹੈ ਫਰੈਂਡਸ। ਅਮਾਊਂਟਸ ਥੋੜ੍ਹੀਆਂ ਉੱਪਰ ਥੱਲੇ ਹੈ, ਅਤੇ ਜੇ ਬਾਈ ਚਾਂਸ ਇੱਕ ਅਮਾਊਂਟ ਨਹੀਂ ਪਾਈ ਤਾਂ ਤੁਸੀਂ ਉਹ ਨਾ ਕਰਿਓ, ਕਿਉਂਕਿ ਆਪਾਂ ਨੇ ਇਕੱਲਾ ਕੰਸੈਪਟ ਸਮਝਣਾ ਹੈ, ਠੀਕ ਹੈ। ਅਮਾਊਂਟਸ ਵੱਲ ਨਾ ਜਾਇਓ, ਅਮਾਊਂਟਸ ਨੂੰ ਇਗਨੋਰ ਕਰਿਓ ਫਿਲਹਾਲ, ਕਿਉਂਕਿ ਇਹ ਤੁਹਾਨੂੰ ਮੈਂ ਸਿਰਫ ਸਮਝਾਉਣ ਲਈ ਕਰ ਰਿਹਾ, ਠੀਕ ਹੈ। ਅਤੇ ਮਤਲਬ ਤੁਹਾਨੂੰ ਸਿਰਫ ਸਮਝ ਆਉਣਾ ਚਾਹੀਦਾ। ਤਾਂ ਅੱਗੇ ਆਪਾਂ ਦੇਖਦੇ ਹਾਂ, ਆਪਾਂ ਨੇ ਸਾਰੀਆਂ ਅਮਾਊਂਟਸ ਪਾ ਲਈਆਂ। ਇਹ ਹੁੰਦਾ ਟਰਾਇਲ ਬੈਲੈਂਸ। ਟਰਾਇਲ ਬੈਲੈਂਸ ਤੋਂ ਜਿੰਨੇ ਵੀ ਬੈਲੈਂਸ ਚੱਕ ਕੇ ਆਪਾਂ ਟਰੇਡਿੰਗ ਅਕਾਊਂਟ ਬਣਾਉਂਦੇ ਹਾਂ, ਪੀ ਐਲ ਅਕਾਊਂਟ ਟਰੇਡਿੰਗ ਐਂਡ ਪੀ ਐਲ ਅਕਾਊਂਟ ਇਕੱਠਾ ਬਣਾਉਂਦੇ ਹਾਂ, ਫਿਰ ਬੈਲੈਂਸ ਸ਼ੀਟ ਬਣਾਉਂਦੇ ਹਾਂ, ਠੀਕ ਹੈ। ਬਸ ਇਹੀ ਕੰਸੈਪਟ ਹੁੰਦਾ ਕਿ ਆਪਾਂ ਨੇ ਸਾਰੇ ਅਕਾਊਂਟਸ ਚੱਕ ਲਏ, ਆਪਾਂ ਨੇ ਇਹ ਸਾਰੇ ਚੱਕ ਕੇ ਆਪਾਂ ਨੇ ਪੋਸਟਿੰਗ ਕਰਤੀ ਇਹਦੀ। ਜਿਹੜੀ ਟਰੇਡਿੰਗ ਅਕਾਊਂਟ 'ਚ ਆ ਸਕਦੀ ਸੀ ਟਰੇਡਿੰਗ ਅਕਾਊਂਟ 'ਚ ਕਰਤੀ, ਜਿਹੜੀ ਪੀ ਐਲ ਅਕਾਊਂਟ 'ਚ ਆ ਸਕਦੀ ਪੀ ਐਲ ਅਕਾਊਂਟ 'ਚ ਕਰਤੀ, ਜਿਹੜੀ ਬੈਲੈਂਸ ਸ਼ੀਟ 'ਚ ਆ ਸਕਦੀ ਸੀ ਬੈਲੈਂਸ ਸ਼ੀਟ 'ਚ ਕਰਤੀ। ਹੁਣ ਆਪਾਂ ਕਰਾਂਗੇ ਇਹਨੂੰ ਕੈਲਕੂਲੇਟ, ਠੀਕ ਹੈ। ਕਿਵੇਂ ਕਰਾਂਗੇ? ਸਭ ਤੋਂ ਪਹਿਲੇ ਦੇਖਾਂਗੇ ਟਰੇਡਿੰਗ ਅਕਾਊਂਟ। ਟਰੇਡਿੰਗ ਅਕਾਊਂਟ ਕੀ ਹੈ? ਆ ਦੇਖੋ, ਬਾਈ ਸੇਲ ਤੁਹਾਨੂੰ ਮੈਂ ਦੱਸਿਆ ਸੀ ਕਿ ਆਪਾਂ ਨੇ ਗਰੋਸ ਪ੍ਰੋਫਿਟ ਕੱਢਣਾ। ਇਸ 'ਚੋਂ ਟਰੇਡਿੰਗ ਅਕਾਊਂਟ 'ਚ ਕੀ ਮੋਟਿਵ ਹੁੰਦਾ? ਗਰੋਸ ਪ੍ਰੋਫਿਟ ਜਾਂ ਗਰੋਸ ਲੋਸ ਆਉਂਦਾ? ਜ਼ਿਆਦਾਤਰ ਗਰੋਸ ਪ੍ਰੋਫਿਟ ਹੀ ਆਉਂਦਾ। ਤਾਂ ਸੇਲ 'ਚੋਂ ਕੋਸਟ ਆਫ ਗੁੱਡ ਸੋਲਡ ਮਾਈਨਸ ਕਰਨਾ ਹੁੰਦਾ, ਠੀਕ ਹੈ। ਕੋਸਟ ਆਫ ਗੁੱਡ ਸੋਲਡ ਮਾਈਨਸ ਕਰਨਾ ਹੁੰਦਾ। ਕੋਸਟ ਆਫ ਗੁੱਡ ਸੋਲਡ ਕੀ ਹੁੰਦਾ? ਓਪਨਿੰਗ ਪਲੱਸ ਪਰਚੇਸਿਸ ਪਲੱਸ ਐਕਸਪੈਂਸਿਸ ਡਾਇਰੈਕਟ ਉਹ ਵੀ, ਠੀਕ ਹੈ, ਮਾਈਨਸ ਕਲੋਜ਼ਿੰਗ ਸਟੋਕ। ਉਰੇ ਦੇਖ ਲਓ ਤੁਸੀਂ ਕੀ ਹੈ ਉਰੇ? ਓਪਨਿੰਗ ਸਟੋਕ ਪਲੱਸ ਕੀਤਾ, ਠੀਕ ਹੈ। ਉਰੇ ਕਲੋਜ਼ਿੰਗ ਸਟੋਕ ਹੋਏਗਾ, ਉਰੇ ਮੈਂ ਪਾਇਆ ਨਹੀਂ, ਉਰੇ ਕਲੋਜ਼ਿੰਗ ਸਟੋਕ ਦੀ ਅਮਾਊਂਟ ਵੀ ਹੋਏਗੀ, ਠੀਕ ਹੈ। ਉਰੇ ਕਲੋਜ਼ਿੰਗ ਸਟੋਕ ਹੋਏਗੀ ਅਮਾਊਂਟ, ਅਤੇ ਉਰੇ ਅਮਾਊਂਟ ਆ ਜਾਏਗੀ ਕਲੋਜ਼ਿੰਗ ਸਟੋਕ ਦੀ, ਠੀਕ ਹੈ। ਤਾਂ ਓਪਨਿੰਗ ਪਲੱਸ ਪਰਚੇਸਿਸ, ਜੇ ਆਪਾਂ ਇਕੱਲਾ ਅਕਾਊਂਟ ਲਾ ਕੇ ਵੀ ਚੱਲੀਏ, ਵੈਸੇ ਆਪਣਾ ਕੋਸਟ ਆਫ ਗੁੱਡ ਸੋਲਡ ਇਵੇਂ ਨਿਕਲਦਾ। ਜੇ ਤੁਸੀਂ ਇਵੇਂ ਨਿਕਾਲਣਾ ਤਾਂ ਮੰਨ ਕੇ ਚਲੋ ਉਰੇ ਕਲੋਜ਼ਿੰਗ ਸਟੋਕ ਹੈ, ਇੰਨੀ ਅਮਾਊਂਟ ਹੈ, ਤੁਸੀਂ ਦੋਨਾਂ ਦਾ ਟੋਟਲ ਕਰ ਲਓਗੇ, ਕਿਉਂਕਿ ਆਪਣੇ ਖਾਤਾ ਵੀ ਬੰਦ ਕਰਨਾ ਹੈ, ਠੀਕ ਹੈ, ਟਰੇਡਿੰਗ ਅਕਾਊਂਟ ਦਾ। ਜਦੋਂ ਇਹਨਾਂ ਦੋਨਾਂ ਟੋਟਲ ਕਰ ਲਓਗੇ, ਜ਼ਿਆਦਾਤਰ ਦੇਖੋਗੇ ਕ੍ਰੈਡਿਟ ਦਾ ਹਮੇਸ਼ਾ ਟੋਟਲ ਜ਼ਿਆਦਾ ਹੋਏਗਾ। ਤਾਂ ਇਹ ਟੋਟਲ ਬਣਾ ਦੋਗੇ, ਇਸ ਦਾ ਘੱਟ ਹੋਏਗਾ। ਜਿੰਨੀ ਅਮਾਊਂਟ ਆਏਗੀ, ਸਪੋਜ਼ ਕਰੋ 37 ਲੱਖ ਆ ਰਹੀ ਹੈ, ਮੰਨ ਕੇ ਚਲੋ 37 ਲੱਖ ਆ ਰਹੀ ਹੈ, 36,86,000 ਇੱਕ ਆ ਰਹੀ ਹੈ, ਅਤੇ ਕਲੋਜ਼ਿੰਗ ਸਟੋਕ ਦਾ ਮਿਲਾ ਕੇ 37 ਲੱਖ ਆ ਰਿਹਾ, ਠੀਕ ਹੈ। 37 ਲੱਖ ਆ ਰਿਹਾ, 37 ਲੱਖ ਦਾ ਆਪਾਂ ਨੇ 37 ਲੱਖ 'ਚੋਂ ਇਹ ਸਾਰੀ ਅਮਾਊਂਟਸ ਮਾਈਨਸ ਕਰਕੇ, ਠੀਕ ਹੈ,
ਉੱਪਰੀਆਂ 63 650 22 56,000 3 25,000 1,78,200 ਮਾਈਨਸ ਕਰਕੇ ਕੀ ਆ ਗਿਆ ਆਪਣੇ ਕੋਲ ਗ੍ਰੋਸ ਪ੍ਰੋਫਿਟ ਆ ਗਿਆ। ਠੀਕ ਹੈ ਠੀਕ ਹੈ, ਆਪਾਂ ਨੇ ਖਾਤੇ ਦੇ ਹਿਸਾਬ से ਚੱਲਣਾ ਹੈ। ਖਾਤਾ ਹਿਸਾਬ ਇਹ ਟੋਟਲ ਜਾ ਰਿਹਾ ਹੈ, ਟੋਟਲ ਕਰਕੇ ਉਹਦਾ ਸਾਹਮਣੇ ਇਹਦਾ ਟੋਟਲ ਕਰ ਦੇਣਾ ਹੈ। ਇਹਨੂੰ ਅੱਗੋਂ ਬਾਅਦ ਚੋਂ ਮਿਲਾਉਣਾ ਹੈ। ਠੀਕ ਹੈ, ਟੂ ਗ੍ਰੋਸ ਪ੍ਰੋਫਿਟ ਕਿੰਨਾ ਆ ਜਾਏਗਾ, ਜਿਹੜਾ ਬੈਲੈਂਸਿੰਗ ਫਿਗਰ ਹੋਏਗਾ ਨਾ, ਗ੍ਰੋਸ ਪ੍ਰੋਫਿਟ ਕੀ ਹੁੰਦਾ, ਬੈਲੈਂਸਿੰਗ ਫਿਗਰ ਹੁੰਦਾ ਹੈ, ਇਹਨੂੰ ਹੀ ਗ੍ਰੋਸ ਪ੍ਰੋਫਿਟ ਕਹਿੰਦੇ ਆ ਉਰੇ। ਠੀਕ ਹੈ, ਟ੍ਰੇਡਿੰਗ ਅਕਾਊਂਟ 'ਚ ਹਮੇਸ਼ਾ ਗ੍ਰੋਸ ਪ੍ਰੋਫਿਟ ਆਉਂਦਾ, ਕੈਰੀ ਡਾਊਨ ਨਹੀਂ ਆਉਂਦਾ ਹਮੇਸ਼ਾ। ਗ੍ਰੋਸ ਪ੍ਰੋਫਿਟ ਨਿਕਲ ਆਏਗਾ ਆਪਣਾ, ਇੰਨਾ ਆਪਣਾ ਪ੍ਰੋਫਿਟ ਨਿਕਲ ਆਇਆ। ਹਾਲੇ 'ਚੋਂ ਇਨਡਾਇਰੈਕਟ ਐਕਸਪੈਂਸਿਸ ਮਾਈਨਸ ਨਹੀਂ ਹੈ। ਠੀਕ ਹੈ, ਵੇਜਿਸ ਤੇ ਔਕਟਰੋਏ ਡਾਇਰੈਕਟ ਐਕਸਪੈਂਸਿਸ ਹੈ, ਜੋ ਮਾਲ ਨੂੰ ਬਣਾਉਣ ਦੇ ਵਿੱਚ ਤੇ ਜੋ ਮਾਲ ਨੂੰ ਇੱਕ ਸੇਲੇਬਲ ਵੈਲਿਊ ਬਣਾਉਣ ਦੇ ਵਿੱਚ ਜਿਹੜਾ ਖਰਚਾ ਹੋਇਆ। ਠੀਕ ਹੈ, ਤਾਂ ਉਸ ਤੋਂ ਬਾਅਦ ਆਪਾਂ ਨੇ ਅੱਗੇ ਆਪਾਂ ਇਹ ਆਪਣਾ ਨਿਕਲਿਆ ਗ੍ਰੋਸ ਪ੍ਰੋਫਿਟ, ਇਹ ਅੱਗੇ ਟ੍ਰਾਂਸਫਰ ਹੋ ਜਾਏਗਾ ਉਰੇ, ਕੋਈ ਕ੍ਰੈਡਿਟ ਵਿੱਚ ਦਿਖਾ ਦਾਂਗੇ ਆਪਾਂ, ਕਿਉਂਕਿ ਹਮੇਸ਼ਾ ਕ੍ਰੈਡਿਟ ਬੈਲੈਂਸ ਹੁੰਦਾ। ਤਾਂ ਠੀਕ ਹੈ, ਇਹ ਪੀਲਨ ਅਕਾਊਂਟ ਹੈ, ਉਰੇ ਤੱਕ ਆਪਣੇ ਟ੍ਰੇਡਿੰਗ ਅਕਾਊਂਟ ਸੀ। ਠੀਕ ਹੈ, ਇਹ ਟ੍ਰੇਡਿੰਗ ਅਕਾਊਂਟ ਤੋਂ ਪਹਿਲੇ ਉਰੇ ਟੋਟਲ ਕੀਤਾ, ਉਰੇ ਕਲੋਜ਼ਿੰਗ ਸਟਾਕ ਪਾ ਕੇ। ਠੀਕ ਹੈ, ਉਰੇ ਕਲੋਜ਼ਿੰਗ ਸਟਾਕ ਪਾ ਕੇ ਇਹਨਾਂ ਦਾ ਟੋਟਲ ਕੀਤਾ, ਇਸ 'ਚੋਂ ਇਹ ਮਾਈਨਸ ਕੀਤਾ। ਠੀਕ ਹੈ, ਤਾਂ ਆਪਣਾ ਗ੍ਰੋਸ ਪ੍ਰੋਫਿਟ ਨਿਕਲ ਆਇਆ। ਅੱਗੇ ਪੀਲਨ ਅਕਾਊਂਟ ਖੋਲ੍ਹਿਆ ਆਪਾਂ ਨੇ, ਨਾਲ ਹੀ ਖੋਲ੍ਹਿਆ ਕਿਉਂਕਿ ਅਸੀਂ ਇਕੱਠਾ ਬਣਾ ਰਹੇ ਹਾਂ, ਤਾਂ ਉਰੇ ਟ੍ਰਾਂਸਫਰ ਕੀਤਾ। ਠੀਕ ਹੈ, ਉਰੇ ਜਿਹੜੇ ਆਪਾਂ ਨੇ ਸੈਲਰੀ ਪਾਈਆਂ ਸੀ, ਰੈਂਟ ਪਾਈਆਂ ਸੀ, ਇੰਨਾ ਪਾਇਆ ਸੀ, ਤੁਸੀਂ ਦੇਖੋਗੇ ਇੱਦਾਂ ਅਮਾਊਂਟ ਜ਼ਿਆਦਾ ਹੈ, ਤੇ ਇਹਦੇ ਸਾਹਮਣੇ ਇਹਦਾ ਟੋਟਲ ਕਰ ਦੋਗੇ, ਤੇ ਇਹਦੇ ਸਾਹਮਣੇ ਇੱਦਾਂ ਟੋਟਲ ਕਰ ਦੋਗੇ। ਫਿਲਹਾਲ ਟੋਟਲ ਕਰੋਗੇ, ਬਾਅਦ 'ਚੋਂ ਉਹਦਾ ਬੈਲੈਂਸ ਫਿਗਰ ਕੱਢੋਗੇ, ਜਿੰਨੀ ਬੈਲੈਂਸ ਇਸ 'ਚੋਂ ਇਹਨੂੰ ਸਾਰਿਆਂ ਨੂੰ ਮਾਈਨਸ ਕਰ ਦੋਗੇ। ਠੀਕ ਹੈ, ਜੇ ਪਲੱਸ 'ਚ ਅਮਾਊਂਟ ਆ ਰਹੀ ਹੈ, ਪਲੱਸ ਮਤਲਬ ਜੇ ਨੈਗੇਟਿਵ 'ਚ ਨਹੀਂ ਜਾ ਰਿਹਾ ਬੈਲੈਂਸ, ਇਹਦਾ ਮਤਲਬ ਸਾਡਾ ਪ੍ਰੋਫਿਟ ਹੋਇਆ, ਤਾਂ ਨੈੱਟ ਪ੍ਰੋਫਿਟ ਇੰਨਾ ਹੋ ਗਿਆ। ਬੈਲੈਂਸਿੰਗ ਫਿਗਰ ਹੈ ਅਤੇ ਇਹ ਵੀ ਨੈੱਟ ਪ੍ਰੋਫਿਟ ਹੈ, ਨੈੱਟ ਪ੍ਰੋਫਿਟ ਇੰਨਾ ਹੋ ਗਿਆ। ਠੀਕ ਹੈ, 4,72,500। ਠੀਕ ਹੈ, ਇੰਨਾ ਹੋ ਗਿਆ, ਅਤੇ ਇਹਦਾ ਟੋਟਲ ਕਰ ਦਾਂਗੇ। ਠੀਕ ਹੈ, ਇਹਦਾ ਟੋਟਲ ਕਰ ਦਾਂਗੇ। ਆਪਣਾ ਪੀਰੀਅਡ ਅਕਾਊਂਟ ਵੀ ਖਤਮ ਹੋ ਗਿਆ, ਟ੍ਰੇਡਿੰਗ ਅਕਾਊਂਟ ਵੀ ਖਤਮ ਹੋ ਗਿਆ। ਠੀਕ ਹੈ, ਇਵੇਂ ਹੀ ਆਪਣਾ ਨੈੱਟ ਪ੍ਰੋਫਿਟ ਨਿਕਲਦਾ ਹੈ, ਇਨਡਾਇਰੈਕਟ ਐਕਸਪੈਂਸਿਸ ਮਾਈਨਸ ਕਰਕੇ, ਸਿੱਧੇ ਖਰਚੇ ਪਲੱਸ ਕਰਕੇ, ਸੇਲ 'ਚੋਂ ਸਿੱਧੇ ਖਰਚੇ ਮਾਈਨਸ ਕਰਕੇ, ਪਰਚੇਸਿਸ ਮਾਈਨਸ ਕਰਕੇ, ਜਿਵੇਂ ਕੋਸਟ ਆਫ ਗੁੱਡਸ ਸੋਲਡ ਮਾਈਨਸ ਕਰਕੇ ਇਹ ਸਮਝ ਲਓ, ਤਾਂ ਆਪਣਾ ਗ੍ਰੋਸ ਪ੍ਰੋਫਿਟ ਨਿਕਲ ਆਉਂਦਾ ਹੈ। ਠੀਕ ਹੈ, ਹੁਣ ਬੈਲੈਂਸ ਸ਼ੀਟ ਦਾ ਕੁਝ ਨਿਕਾਲਣਾ ਨਹੀਂ ਹੁੰਦਾ, ਟੋਟਲ ਕਰਨਾ ਹੁੰਦਾ। ਇਹਨਾਂ ਦੋਨੋਂ ਸਾਈਡ ਦੇ ਨਾ ਬੈਲੈਂਸ ਹਮੇਸ਼ਾ ਸੇਮ ਆਉਣਾ ਚਾਹੀਦਾ, ਡੈਬਿਟ ਦਾ ਵੀ, ਲਾਇਬਿਲਿਟੀ ਸਾਈਡ ਦਾ ਵੀ, ਅਤੇ ਐਸਟ ਸਾਈਡ ਦਾ ਵੀ। ਐਸਟ ਸਾਈਡ ਦਾ ਵੀ ਹਮੇਸ਼ਾ ਉਹ ਹੋਣਾ ਚਾਹੀਦਾ, ਟੋਟਲ ਮਿਲਣਾ ਚਾਹੀਦਾ, ਅਤੇ ਲਾਇਬਿਲਿਟੀ ਸਾਈਡ ਦਾ ਵੀ ਮਿਲਣਾ ਚਾਹੀਦਾ। ਠੀਕ ਹੈ, ਤਾਂ ਜਿੰਨਾ ਵੀ ਕੈਪੀਟਲ ਪਾਈ ਹੈ, ਪ੍ਰੋਫਿਟ ਸਾਡਾ ਆਪਣਾ ਕੈਪੀਟਲ ਦੇ ਵਿੱਚ ਚਲਾ ਜਾਂਦਾ। ਠੀਕ ਹੈ, ਵੈਸੇ ਇਹਨਾਂ ਨੇ ਬਾਹਰ ਦਿਖਾਇਆ, ਮਗਰ ਵੈਸੇ ਵਿੱਚ ਚਲਾ ਜਾਂਦਾ ਹੈ। ਮਰਜ਼ੀ ਹੈ ਤੁਹਾਡੀ, ਜੇ ਤੁਸੀਂ ਬਾਹਰ ਦਿਖਾਉਣਾ ਬਾਹਰ ਦਿਖਾਉਣਾ। ਠੀਕ ਹੈ, ਜੇ ਅੰਦਰ ਦਿਖਾਉਣਾ ਅੰਦਰ ਦਿਖਾ ਲਓ, ਮਤਲਬ ਕੈਪੀਟਲ ਦੇ ਅੰਦਰ ਦਿਖਾਉਣਾ, ਪਲੱਸ ਕਰਨਾ। ਇਹਨਾਂ ਨੇ ਕੈਪੀਟਲ ਨੂੰ ਅਲੱਗ ਦਿਖਾਤਾ, ਸੰਡੀ ਡਾਇਟਰਸ ਨੂੰ ਸੰਡੀ ਕ੍ਰੈਡਿਟਰਸ, ਕਿਉਂਕਿ ਲਾਇਬਿਲਿਟੀ ਹੈ ਜਿਹੜੀ ਕ੍ਰੈਡਿਟ ਸਾਈਡ 'ਤੇ ਪੀਐਨਐਲ ਅਕਾਊਂਟ 'ਚ ਨਹੀਂ ਆਉਂਦੀ, ਉਹ ਹਮੇਸ਼ਾ ਲਾਇਬਿਲਿਟੀ ਸਾਈਡ 'ਤੇ ਆ ਜਾਂਦੀ ਹੈ, ਅਤੇ ਜਿਹੜੀ ਡੈਬਿਟ ਸਾਈਡ 'ਤੇ ਐਕਸਪੈਂਸਿਸ 'ਚ ਨਹੀਂ ਆਉਂਦੀ, ਉਹ ਐਸਟ ਸਾਈਡ ਆ ਜਾਂਦੀ ਹੈ। ਠੀਕ ਹੈ, ਆਪਾਂ ਨੇ ਇਹ ਸਾਰੇ ਇਸ 'ਚ ਦਿਖਾਤੇ, ਅਤੇ ਇਹ ਦਿਖਾਤੇ, ਇਹਦਾ ਟੋਟਲ ਕਰਤਾ, ਇਹਦਾ ਬਿਲਕੁਲ ਸੇਮ ਇਸਦਾ ਇੰਨਾ ਟੋਟਲ ਹੋਏਗਾ। ਕਿਉਂ ਹੋਏਗਾ ਟੋਟਲ, ਕਿਉਂਕਿ ਜਿਹੜੇ ਉੱਪਰਲੇ ਆਪਣੇ ਖਾਤੇ ਬਣਾਏ ਆ, ਜੇ ਉਹਦਾ ਅਮਾਊਂਟ ਸਹੀ ਹੈ, ਜੇ ਉਹਦੇ ਟੋਟਲ ਸਹੀ ਤਾਂ ਹੀ ਹੋਏਗਾ ਜੇ ਸਾਡੇ ਉੱਪਰ ਜਿੰਨੇ ਵੀ ਖਾਤੇ ਬਣੇ ਸਹੀ ਹੋਣਗੇ। ਜੇ ਉਹਦੇ ਸਪੋਜ਼ ਕਰੋ ਉਹਦੇ ਸਹੀ ਅਮਾਊਂਟ ਨਹੀਂ ਮਿਲ ਰਹੀ, ਤੇ ਇਸਦਾ ਮਤਲਬ ਕੋਈ ਪ੍ਰੋਬਲਮ ਹੈ। ਠੀਕ ਹੈ, ਇਹ ਸਾਡੇ ਐਸੈਟਸ ਹੈ। ਐਸੈਟ ਕੀ ਹੁੰਦੇ ਹੈ, ਜੋ ਸਾਡੀ ਇੱਕ ਤਰ੍ਹਾਂ ਨਾਲ ਗੇਨਿੰਗ ਪਾਵਰ ਹੁੰਦੀ ਹੈ, ਇੱਕ ਸੋਰਸਿਸ ਬਣਦੇ ਜੋ ਬਿਜ਼ਨਸ ਨੂੰ ਚਲਾਉਣ ਦੇ। ਕੈਸ਼ ਸੋਰਸ ਹੈ, ਬੈਂਕ ਸੋਰਸ ਹੈ ਬਿਜ਼ਨਸ ਚਲਾਉਣ ਦਾ। ਆਫਿਸ ਕੀ ਹੈ, ਜਿੱਥੇ ਅਸੀਂ ਕੰਮ ਕਰਦੇ ਹਾਂ, ਐਸੈਟ ਆ ਸਾਡਾ। ਇਸ ਤੋਂ ਬਿਨਾਂ ਕੰਮ ਹੋ ਸਕਦਾ, ਨਹੀਂ ਹੋ ਸਕਦਾ। ਹਮੇਸ਼ਾ ਆਫਿਸ ਦਾ ਇੱਕ ਸਾਡਾ ਐਸੈਟ ਹੈ। ਬਿਲਡਿੰਗ ਕੀ ਐਸੈਟ ਹੈ। ਮੋਟਰ ਵਾਹੀਕਲ ਕੀ ਹੈ, ਜੋ ਬਿਜ਼ਨਸ ਲਈ ਯੂਜ਼ ਹੋ ਰਹੀ ਹੈ। ਬਿਜ਼ਨਸ ਉਸਦਾ ਯੂਜ਼ ਕਰਨ ਨਾਲ ਸਾਨੂੰ ਪ੍ਰੋਫਿਟ ਆਏਗਾ ਨਾ ਅੱਗੋਂ। ਆਪਾਂ ਜਿਹੜਾ ਰਨਿੰਗ ਆਪਣਾ ਡੇ ਟੂ ਡੇ ਜਿਹੜਾ ਆਪਣਾ ਕੰਮ ਹੋ ਰਿਹਾ, ਉਹ ਸਾਡੇ ਵਾਹੀਕਲ ਦੁਆਰਾ ਹੋ ਰਿਹਾ। ਠੀਕ ਹੈ, ਤਾਂ ਹੀ ਸਾਨੂੰ ਸਾਲ ਦੇ ਅੰਤ ਪਤਾ ਲੱਗਦਾ ਸਾਡਾ ਪ੍ਰੋਫਿਟ ਹੋਇਆ। ਅਸੀਂ ਸਾਰੀ ਚੀਜ਼ਾਂ ਯੂਜ਼ ਕਰਦੇ ਹਾਂ, ਤਾਂ ਹੀ ਪਤਾ ਲੱਗਦਾ ਜਿਹੜੀ ਯੂਜ਼ ਕਰ ਰਹੇ ਚੀਜ਼ਾਂ ਉਹਨੂੰ ਹੀ ਐਸੈਟ ਕਹਿੰਦੇ ਹਾਂ ਆਪਾਂ। ਭਾਵੇਂ ਉਹ ਕੈਸ਼, ਭਾਵੇਂ ਉਹ ਟੈਂਜੀਬਲ ਹੈ, ਭਾਵੇਂ ਇਨਟੈਂਜੀਬਲ ਹੈ, ਭਾਵੇਂ ਉਹ ਗੁੱਡਵਿਲ ਹੈ, ਭਾਵੇਂ ਕੋਈ ਰੈਪੂਟੇਸ਼ਨ ਹੈ, ਭਾਵੇਂ ਕੋਈ ਪੇਟੈਂਟਸ ਰਾਈਟ ਹੈ, ਕੁਛ ਵੀ ਹੈ। ਠੀਕ ਹੈ ਨਾ, ਕੋਈ ਸਾਨੂੰ ਦਿਖਾਈ ਦੇ ਰਹੇ ਚੀਜ਼ਾਂ ਜਿਹਦੇ ਨਾਲ ਸਾਡਾ ਬਿਜ਼ਨਸ ਚੱਲ ਰਿਹਾ, ਜੋ ਸਾਨੂੰ ਕੁਝ ਨਹੀਂ ਦਿਖਾਈ ਦੇ ਰਿਹਾ, ਮਗਰ ਉਹਦੀ ਵੀ ਵੈਲਿਊਏਸ਼ਨ ਪੈ ਰਹੀ ਹੈ। ਅਕਾਊਂਟ ਦੋਨਾਂ ਦੀ ਵੈਲਿਊਏਸ਼ਨ ਲੈਂਦਾ। ਠੀਕ ਹੈ, ਉਰੇ ਆਪਾਂ ਸਾਰੀ ਅਮਾਊਂਟਸ ਪਾਵਾਂਗੇ। ਠੀਕ ਹੈ, ਉਰੇ ਸਾਰੀ ਅਮਾਊਂਟਸ ਪਾਵਾਂਗੇ, ਜਿਹੜੀਆਂ ਵੀ ਅਮਾਊਂਟਸ ਹੈ ਆਪਾਂ ਬਸ ਟੋਟਲ ਕਰਨਾ। ਉਰੇ ਉਹ ਟੋਟਲ ਸੇਮ ਆਉਣਾ ਚਾਹੀਦਾ ਹਮੇਸ਼ਾ, ਲਾਇਬਿਲਿਟੀਜ਼ ਦਾ ਵੀ ਅਤੇ ਐਸੈਟ ਦਾ ਵੀ। ਠੀਕ ਹੈ, ਇਹ ਸਾਡੀ ਬੈਲੈਂਸ ਸ਼ੀਟ ਹੋ ਗਈ। ਠੀਕ ਹੈ ਨਾ, ਸਮਝ ਆ ਗਿਆ ਨਾ ਤੁਹਾਨੂੰ ਹੁਣ ਬੈਲੈਂਸ ਸ਼ੀਟ ਕਿਵੇਂ ਬਣਦੀ ਹੈ। ਬੈਲੈਂਸ ਸ਼ੀਟ ਜੋ ਡੈਬਿਟ 'ਚ ਐਕਸਪੈਂਸਿਸ ਨਹੀਂ ਹੈ, ਮਗਰ ਉਹ ਡੈਬਿਟ ਬੈਲੈਂਸ ਹੈ, ਤਾਂ ਉਹ ਐਸੈਟ ਸਾਈਡ ਸ਼ੋ ਹੋ ਜਾਏਗਾ। ਇੱਧਰ ਟ੍ਰਾਂਸਫਰ ਇੱਧਰ ਹੋ ਜਾਏਗਾ। ਜੇ ਉਹ ਵੈਲਿਊ ਨੇਚਰ ਉਹਦਾ ਐਕਸਪੈਂਸਿਸ ਨਹੀਂ ਹੈ, ਮਗਰ ਉਹ ਡੈਬਿਟ ਬੈਲੈਂਸ ਹੈ, ਤਾਂ ਉਹ ਇੱਧਰ ਸ਼ੋ ਹੋ ਜਾਏਗਾ। ਜੇ ਉਹ ਕ੍ਰੈਡਿਟ ਨੇਚਰ ਹੈ, ਕ੍ਰੈਡਿਟ 'ਚ ਆ ਰਿਹਾ, ਮਗਰ ਉਹਦਾ ਨੇਚਰ ਇਨਕਮ ਨਹੀਂ ਹੈ, ਇੰਟਰੈਕਟ ਇਨਕਮ, ਤਾਂ ਉਹ ਲਾਇਬਿਲਿਟੀ ਸਾਈਡ ਸ਼ੋ ਹੋ ਜਾਏਗਾ। ਇਹਦਾ ਫਿਰ ਟੋਟਲ ਹਮੇਸ਼ਾ ਸੇਮ ਹੋਏਗਾ। ਠੀਕ ਹੈ, ਗ੍ਰੋਸ ਪ੍ਰੋਫਿਟ ਕਿੱਥੋਂ ਨਿਕਲਦਾ, ਟ੍ਰੇਡਿੰਗ ਅਕਾਊਂਟ 'ਚੋਂ ਨਿਕਲਦਾ, ਅਤੇ ਨੈਟ ਪ੍ਰੋਫਿਟ ਐਂਡ ਲੋਸ ਅਕਾਊਂਟ 'ਚੋਂ ਨੈਟ ਪ੍ਰੋਫਿਟ ਨਿਕਲਦਾ।
ਨੈਟ ਕਿਉਂ ਕਹਿੰਦੇ ਹਾਂ ਚੋਂ ਇਹਨੂੰ ਐਕਸਪੈਂਸਿਸ ਮਾਈਨਸ ਕਰਕੇ ਇੰਡਾਇਰੈਕਟ ਐਕਸਪੈਂਸਿਸ ਹੈ ਸਿੱਧੇ ਖਰਚੇ ਜ਼ਿਆਦਾਤਰ ਵੇਜਸ ਹੁੰਦੇ ਆ ਔਕਟਰੋਏ ਹੁੰਦੇ ਆ ਠੀਕ ਹੈ ਉਹ ਕਲੋਜ਼ਿੰਗ ਸਟਾਕ ਹਮੇਸ਼ਾ ਮਾਈਨਸ ਹੁੰਦਾ ਉਹਦਾ ਕਲੋਜ਼ਿੰਗ ਸਟਾਕ ਆਏਗਾ ਉਹਦਾ ਹਮੇਸ਼ਾ ਮਾਈਨਸ ਹੋਏਗਾ ਕਲੋਜ਼ਿੰਗ ਸਟਾਕ ਤੁਸੀਂ ਆਪ ਹੀ ਲਾ ਲਓ ਜੇ ਇਹਨੂੰ ਦੋਨੋਂ ਪਲੱਸ ਕਰਕੇ ਇਹਨੂੰ ਮਾਈਨਸ ਕਰੋਗੇ ਤਾਂ ਐਕਚੁਅਲ 'ਚ ਤਾਂ ਉਹੀ ਗੱਲ ਆ ਗਈ ਸਾਡੀ ਗ੍ਰੋਸ ਪ੍ਰੋਫਿਟ ਨਿਕਲ ਆਏਗਾ ਆਪਣਾ ਵੈਸੇ ਜੇ ਅਸੀਂ ਇਹਨੂੰ ਜੇ ਅਕਾਊਂਟ ਨਹੀਂ ਦਿੱਤਾ ਨੋਰਮਲ ਕੱਢਣਾ ਆਪਾਂ ਨੇ ਕੋਈ ਵੈਲਿਊ ਦਿੱਤੀਆਂ ਸਾਨੂੰ ਤਾਂ ਆਪਾਂ ਸੇਲ ਵਿੱਚੋਂ ਇਵੇਂ ਮਾਈਨਸ ਕਰਾਂਗੇ ਸਭ ਕੁਝ ਠੀਕ ਹੈ ਮਗਰ ਉਰੇ ਆਪਾਂ ਅਕਾਊਂਟ ਚਲਾ ਰਹੇ ਹਾਂ ਅਕਾਊਂਟ ਦੇਖ ਰਹੇ ਹਾਂ ਤਾਂ ਕਲੋਜ਼ਿੰਗ ਸਟਾਕ ਹਮੇਸ਼ਾ ਕ੍ਰੈਡਿਟ 'ਚ ਆਉਂਦਾ ਠੀਕ ਹੈ ਤਾਂ ਉਰੇ ਅਮਾਊਂਟ ਪਾ ਕੇ ਜਿੰਨਾ ਮਾਲ ਬਚਿਆ ਉਨੀ ਅਮਾਊਂਟ ਪਾ ਕੇ ਤਾਂ ਉਸ ਦੀ ਵੈਲਿਊ ਆਪਾਂ ਕੱਢ ਲਾਂਗੇ ਠੀਕ ਹੈ ਇਹ ਆਪਣਾ ਆ ਗਿਆ ਟ੍ਰੇਡਿੰਗ ਅਕਾਊਂਟ ਪੀਐਲ ਅਕਾਊਂਟ ਦੇ ਬੈਲੈਂਸ ਸ਼ੀਟ ਇਹ ਤੁਹਾਨੂੰ ਮੇਰਾ ਸਿਰਫ ਸਮਝਾਉਣ ਦਾ ਸਿਰਫ ਇਹੀ ਮੋਟਿਵ ਸੀ ਕਿ ਤੁਹਾਨੂੰ ਇਹ ਪਤਾ ਲੱਗ ਜਾਏ ਕਿਹੜੀ ਚੀਜ਼ ਕਿੱਥੇ ਆਉਂਦੀ ਹੈ MCQ 'ਚ ਤੁਹਾਡੇ ਤੋਂ ਸਿਰਫ ਇਹ ਨੋਰਮਲ ਜਿਹੇ ਕੁਐਸਚਨ ਪੁੱਛ ਸਕਦੇ ਹੈ ਠੀਕ ਹੈ ਨਾ ਤੁਹਾਨੂੰ ਕਨਸੈਪਟ ਮੇਰਾ ਸਿਸਟਮ ਹੈ ਕਿ ਮੈਂ ਤੁਹਾਨੂੰ ਕਨਸੈਪਟ ਕਲੀਅਰ ਕਰਾ ਦਾਂ MCQs ਦੀ ਆਪਾਂ ਰਿਵੀਜ਼ਨ ਤਾਂ ਕਰਨੀ ਹੀ ਕਰਨੀ ਹੈ ਠੀਕ ਹੈ ਨਾ ਮੈਂ ਸਿੱਧਾ ਤੁਹਾਨੂੰ MCQs ਕਰਾ ਦਾਂ ਤੁਹਾਨੂੰ ਕਨਸੈਪਟ ਸਮਝ ਨਹੀਂ ਹੈ ਫਿਰ ਬੜੀ ਪ੍ਰੋਬਲਮ ਆ ਜਾਏਗੀ ਮੈਂ ਕਹਿੰਦਾ ਬੱਚਿਆਂ ਨੂੰ ਕਲੈਰਿਟੀ ਹੋਣੀ ਜ਼ਰੂਰੀ ਹੈ ਜੇ ਬੱਚਿਆਂ ਨੂੰ ਕਲੈਰਿਟੀ ਨਹੀਂ ਤਾਂ ਕੋਈ ਮਤਲਬ ਨਹੀਂ ਹੁੰਦਾ ਸਿਰਫ ਤਾਂ ਹੀ ਮੇਰਾ ਇੱਕ ਹੁੰਦਾ ਕਿ ਮੈਂ ਤੁਹਾਨੂੰ ਕਨਸੈਪਟ ਕਰਾਵਾਂ ਕੱਲ੍ਹ ਦਾ ਜਿਹੜਾ ਲੈਕਚਰ ਆਏਗਾ ਉਹ ਸਾਰਾ ਇਸ ਦਾ ਰਿਵੀਜ਼ਨ ਹੋਏਗੀ ਠੀਕ ਹੈ ਨਾ ਜੋ ਮੈਂ 2 ਲੈਕਚਰਾਂ 'ਚ ਕਰਾਇਆ ਉਹਦੀ ਸਾਰੀ ਕੁਐਸਚਨ ਹੋਣਗੇ ਉਹਦੇ 25 ਦੀ ਕੁਐਸਚਨ ਹੋਣਗੇ ਜਿਸ 'ਚ ਮੈਂ ਤੁਹਾਨੂੰ ਰਿਵੀਜ਼ਨ ਕਰਾਵਾਂਗਾ ਅਤੇ ਸਮਝਾਵਾਂਗਾ ਕਿ ਇਸ ਤਰ੍ਹਾਂ ਦੇ ਕੁਐਸਚਨ ਆ ਸਕਦੇ ਹੈ ਠੀਕ ਹੈ ਨਾ ਫਿਰ ਤੁਹਾਨੂੰ ਕੁਐਸਚਨਾਂ ਦੀ ਆਨਸਰ ਅਟੈਂਪਟ ਕਰਨੇ ਆਸਾਨ ਹੋਣਗੇ ਕਿਉਂਕਿ ਤੁਹਾਨੂੰ ਲੌਜਿਕ ਸਮਝ ਲਿਆ ਹੋਣਾ ਠੀਕ ਹੈ ਫਰੈਂਡਸ ਜੇ ਤੁਹਾਨੂੰ ਤਾਂ ਵੀ ਕੋਈ ਪ੍ਰੋਬਲਮ ਆਉਂਦੀ ਹੈ ਤੁਸੀਂ ਕਮੈਂਟ ਕਰਿਓ ਮੈਂ ਰਿਪਲਾਈ ਕਰਾਂਗਾ ਠੀਕ ਹੈ ਫਰੈਂਡਸ ਜੇ ਤੁਹਾਨੂੰ ਮੇਰਾ ਲੈਕਚਰ ਅੱਛਾ ਲੱਗਿਆ ਹੋਵੇ ਵਧੀਆ ਲੱਗਿਆ ਹੋਵੇ ਠੀਕ ਹੈ ਨਾ ਇਹਨੂੰ ਲਾਈਕ ਕਰਿਓ ਲਾਈਕ ਵੱਧ ਤੋਂ ਵੱਧ ਕਰਨੇ ਆਪਾਂ ਨੇ ਠੀਕ ਹੈ ਅਤੇ ਸ਼ੇਅਰ ਕਰਨਾ ਵੱਧ ਤੋਂ ਵੱਧ ਠੀਕ ਹੈ ਫਰੈਂਡਸ ਅਤੇ ਜੇ ਕੋਈ ਪ੍ਰੋਬਲਮ ਆਉਂਦੀ ਹੈ ਤੁਸੀਂ ਕਮੈਂਟ ਕਰਿਓ ਮੈਂ ਰਿਪਲਾਈ ਕਰਾਂਗਾ ਠੀਕ ਹੈ ਥੈਂਕ ਯੂ